ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਪਾਤਸ਼ਾਹ ਦਰਵੇਸ਼। ਹਵਾਏ ਬੰਦਗੀ ਆਵੁਰ ਦਰ ਵਜੂਦ ਮਰਾ ਵਗਰਨਾ ਜ਼ੌਕੇ ਚੁਨੀ ਆਮਦੈਨ ਨਮੂਦ ਮਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਉਹਦੇ ਦਰਸ਼ਨ ਅਸੀਂ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਦੀ ਬ੍ਰਹਮ ਗਿਆਨ ਦੀ ਅਵਸਥਾ ਦੀ ਗੱਲਾਂ ਸਮਝਾਉਂਦੇ ਹੋਏ ਸਾਡੇ ਤੇ ਇਸ ਬਾਣੀ ਦੀ ਬਖਸ਼ਿਸ਼ ਕਰਦੇ ਹਨ। ਇਹ ਬਾਣੀ ਅਸੀਂ ਨਿਤ ਸਾਡੀ ਜਿਹੜੀ ਸਭਾ ਹੁੰਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਪੜ੍ਹੀ ਜਾਂਦੀ ਹੈ। ਦੁੱਖ ਦੀ ਸਭਾ ਹੋਏ ਸੁੱਖ ਦੀ ਸਭਾ ਹੋਏ ਅੰਤ ਵਿੱਚ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦੀ ਪੜ੍ਹੀਆਂ ਜਾਂਦੀਆਂ ਹਨ। ਆਨੰਦ ਸਿੱਖ ਦੇ ਜੀਵਨ ਦਾ ਸ਼ਿਖਰ ਹੈ ਮਹਾਰਾਜ। ਅੰਤ ਵਿੱਚ ਆਨੰਦ ਪੜ੍ਹਿਆ ਜਾਂਦਾ ਹੈ। ਸਿੱਖੀ ਜੀਵਨ ਦਾ ਸਮਾਂ ਜਾਣਾ ਆਨੰਦ ਵਿੱਚ ਹੈ। ਅਗਰ ਮੇਰਾ ਜੀਵਨ ਦੁੱਖ ਔਰ ਸੁੱਖ ਵਿੱਚ ਚੱਲਦਾ ਹੈ ਤਾਂ ਹਾਲੇ ਮੈਂ ਸਿੱਖੀ ਦਾ ਸ਼ਿਖਰ ਸਮਝਿਆ ਨਹੀਂ ਕੀ ਹੈ। ਐਸੇ ਨੂੰ ਸਮਝਣ ਦੇ ਯਤਨ ਵਿੱਚ ਅਸੀਂ ਇਹਨਾਂ ਪੌੜੀਆਂ ਦੇ ਦਰਸ਼ਨ ਕਰਦੇ ਹਾਂ। ਅੱਜ ਵੀ ਕੁਝ ਨਿਰਾਲੇ ਦਰਸ਼ਨ ਇਸ ਬਾਣੀ ਦੀ ਪੌੜੀ ਵਿੱਚ ਹੋਣਗੇ। 32ਵੀਂ ਪੌੜੀ ਦੇ ਦਰਸ਼ਨ ਅਸੀਂ ਕਰਨੇ ਹਨ ਮਹਾਰਾਜ। ਪਹਿਲੇ ਇਸ ਨੂੰ ਪੜ੍ਹਾਂਗੇ, ਫਿਰ ਇਹਦੀ ਵਿਚਾਰ ਵਿੱਚ ਉਤਰਦੇ ਹਾਂ। ਮੈਂ ਖਿਮਾ ਚਾਹੁੰਦਾ ਹਾਂ ਸਮੇਂ ਦੀ ਉਠਲ ਪਠਲ ਵਿੱਚ, ਬਦਲਾਵ ਦੇ ਵਿੱਚ, ਪਰ ਜੀਵਨ ਦੇ ਵਿੱਚ ਕੁਝ ਬੰਧਨ ਐਸੇ ਹੁੰਦੇ ਹਨ ਜਿਨ੍ਹਾਂ ਕਰਕੇ ਇਹ ਕਰਨਾ ਪੈਂਦਾ ਹੈ। ਮਾਫੀ ਚਾਹੁੰਦਾ ਹਾਂ ਆਪ ਤੋਂ। ਆਓ ਇਸ ਪੌੜੀ ਨੂੰ ਪੜ੍ਹੀਏ, ਦਰਸ਼ਨ ਕਰੀਏ, ਫਿਰ ਇਹਦੇ ਵਿਚਾਰ ਕਰਕੇ ਸਮਝਦੇ ਹਾਂ ਜੀਵਨ ਦਾ ਤਤ ਗਿਆਨ। ਧੰਨਵਾਦ। ਵਾਹਿਗੁਰੂ ਜੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌੜ ਨ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੈ, ਜਾ ਹਰ ਵਸੈ ਮਨ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੈ, ਜਾ ਹਰ ਵਸੈ ਮਨ ਆਏ। ਧੰਨਵਾਦ ਵੀਰ। ਜਪਜੀ ਸਾਹਿਬ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਮੂਲ ਮੰਤਰ ਤੋਂ ਬਾਅਦ ਜਿਹੜਾ ਮੁੱਖ 4 ਚੀਜ਼ਾਂ ਗੁਰੂ ਨੇ ਕਹੀਆਂ ਹਨ, ਜਿਹਦਾ ਵਿੱਚ ਸਚਿਆਰਾ ਹੋਣਾ ਬਣਦਾ ਨਹੀਂ ਹੈ, ਜਿਨ੍ਹਾਂ ਨੂੰ ਫੋਲੋ ਕਰਕੇ ਅਸੀਂ ਸਚਿਆਰੇ ਨਹੀਂ ਹੋ ਸਕਦੇ ਹਾਂ। ਸੋਚੇ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਇੱਕ ਤਾਂ ਸੁੱਚੇ ਹੋਣ ਦੀ ਗੱਲ ਹੈ। ਚੁੱਪੇ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਚੁੱਪ ਰਹਿਣ ਨਾਲ ਵੀ ਨਿਰੰਕਾਰ ਨੂੰ ਹਾਸਿਲ ਨਹੀਂ ਕੀਤਾ ਜਾ ਸਕਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਭੁੱਖ ਨਹੀਂ ਉਤਰਦੀ ਮਹਾਰਾਜ ਕਹਿੰਦੇ ਹਨ। ਇਹ ਸੋਚ ਕੇ ਕਿ ਮੈਂ ਭੁੱਖ ਉਤਾਰਨ ਤੋਂ ਬਾਅਦ ਨਿਰੰਕਾਰ ਨੂੰ ਪ੍ਰਾਪਤ ਕਰ ਲਵਾਂਗਾ, ਤਾਂ ਇਹ ਭੁੱਖ ਕਦੇ ਵੀ ਉਤਰੇਗੀ ਨਹੀਂ। ਇਹ ਕਿਹੜੀ ਭੁੱਖ ਹੈ? ਇਹ ਪੌੜੀ ਇਸ ਦੀ ਵਿਚਾਰ ਅੱਜ ਕਰਦੀ ਹੈ। ਮੇਰਾ ਮਨ ਭੁੱਖਾ ਭੁੱਖਾ ਕਰਦਾ ਹੈ। ਕਿਸ ਚੀਜ਼ ਲਈ ਭੁੱਖਾ ਹੈ? ਇਹ ਸਾਰੀ ਖਲਕਤ, ਇਤਨੇ ਲੋਕ, ਇਹਨਾਂ ਨੂੰ ਕੀ ਡਰਾਈਵ ਕਰ ਰਿਹਾ ਹੈ? ਐਨਰਜੀ ਕਿਹੜੀ ਹੈ ਜਿਹਦੇ ਕਰਕੇ ਇਹ ਅਸੀਂ ਲੋਕ ਸਾਰੇ ਭੱਜੇ ਜਾਂਦੇ ਹਾਂ?
ਕੁਝ ਕਰਨ ਲੱਗੇ ਹਾਂ, ਇਹਦਾ ਸਭ ਦਾ ਬੀਜ ਇਸ ਭੁੱਖ ਵਿੱਚ ਹੀ ਹੈ। ਅਸੀਂ ਅਤ੍ਰਿਪਤ ਹਾਂ, ਇਨਕੰਪਲੀਟ ਹਾਂ, ਔਰ ਉਸ ਕਰਕੇ ਅਸੀਂ ਭੁੱਖੇ ਹਾਂ, ਪਿਆਸੇ ਹਾਂ। ਇੱਕ ਮੂਲ ਨੇਚਰ ਹੈ, ਔਰ ਜਦੋਂ ਇਹ ਭੁੱਖ ਹਉਮੈ ਨਾਲ ਮਿਲ ਜਾਂਦੀ ਹੈ ਤਾਂ ਫਿਰ ਇਹ ਗਹਿਰਾ ਰੋਗ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਹਉਮੈ ਤ੍ਰਿਸ਼ਨਾ। ਹਉਮੈ ਨਾਲ ਫਿਰ ਜਦੋਂ ਭੁੱਖ ਮਿਲਦੀ ਹੈ ਤਾਂ ਤ੍ਰਿਸ਼ਨਾ ਦਾ ਰੂਪ ਲੈ ਲੈਂਦੀ ਹੈ ਮਹਾਰਾਜ। ਹਉਮੈ ਦਾ এনवायरमेंट ਤ੍ਰਿਸ਼ਨਾ ਤੋਂ ਹੀ ਡਿਕਟੇਟ ਹੋਏਗਾ ਹਜੂਰ, ਨਹੀਂ ਤਾਂ ਕਿਵੇਂ ਜਾਣਾਂਗੇ ਕੌਣ ਕਿਸ ਤਰ੍ਹਾਂ ਭਿੰਨ ਹੈ? ਉਹਦੀ ਨੀਡਸ ਤੋਂ ਨਹੀਂ, ਉਹਦੀ ਡਿਮਾਂਡਸ ਤੋਂ। ਅਸੀਂ ਫਿਰ ਜੀਵਨ, ਇਹ ਭੁੱਖ ਤੋਂ ਜੀਵਨ ਡਿਫਾਈਨ ਹੁੰਦਾ ਹੈ, ਡਰਾਈਵ ਹੁੰਦਾ ਹੈ। ਔਰ ਅਸੀਂ ਦੇਖ ਸਕਦੇ ਹਾਂ ਕਿ ਕੁਝ ਲੋਕ ਜ਼ਿਆਦਾ ਮਾਇਆ ਇਕੱਠੀ ਕਰਦੇ ਹਾਂ ਔਰ ਉਹਦਾ ਕੋਈ ਅੰਤ ਨਹੀਂ ਹੈ, ਭੁੱਖ ਨਹੀਂ ਮਿਟਦੀ ਹੈ। ਪਰਸੈਂਟੇਜ ਆਫ ਵੈਲਥ ਦੁਨੀਆ ਵਿੱਚ ਅਨਬੈਲੈਂਸਡ ਹੈ। ਅਮਰੀਕਾ ਵਿੱਚ ਮੇਜਰ ਵੈਲਥ ਬਹੁਤ ਥੋੜੀ ਪਰਸੈਂਟੇਜ ਦੇ ਲੋਕਾਂ ਦੇ ਹੱਥ ਵਿੱਚ ਹੈ। ਹਿੰਦੁਸਤਾਨ ਵਿੱਚ ਵੀ ਇਹੀ ਗੱਲ ਹੈ। ਔਰ ਜਿਤਨਾ ਇਹ ਡੀਪ ਡਿਵਾਈਡ ਹੈ, ਉਤਨਾ ਜ਼ਿਆਦਾ ਕੌਨਫਲਿਕਟ ਸੋਸਾਇਟੀ ਦੇ ਵਿੱਚ ਔਰ ਮਨ ਦੇ ਵਿੱਚ, ਦੋਨਾਂ ਵਿੱਚ ਹਾਜ਼ਰ ਹੈ। ਯਾਨੀ ਜੀਵਨ ਦਾ ਜਿਹੜਾ ਕੌਨਫਲਿਕਟ ਹੈ, ਜੀਵਨ ਦਾ ਜਿਹੜਾ ਤਣਾਅ ਹੈ, ਉਹ ਇਸ ਭੁੱਖ ਤੋਂ ਡਰਾਈਵ ਹੋ ਰਿਹਾ ਹੈ। ਮੈਨੂੰ ਕਿਸ ਚੀਜ਼ ਦੀ ਭੁੱਖ ਹੈ, ਉਸ ਤੋਂ ਮੈਂ ਹਉਮੈ ਨੂੰ ਡਿਫਾਈਨ ਕਰਦਾ ਹਾਂ। ਕਿਸੇ ਨਾਲ ਸਾਈਕਲ ਤੋਂ ਵੀ, ਕਿਸੇ ਦਾ ਸਾਈਕਲ ਨਾਲ ਵੀ ਸਰ ਜਾਂਦਾ ਹੈ, ਔਰ ਕੋਈ ਆਪਣੀ ਗੱਡੀ ਕਰੋੜਾਂ ਰੁਪਏ ਦੀ ਵੀ ਲੈ ਕੇ ਸਰਦਾ ਨਹੀਂ ਹੈ। ਇਹ ਕੀ ਕਾਰਨ ਹੈ ਮਹਾਰਾਜ? ਇਹਦਾ ਭੇਦ ਕਿੱਥੇ ਛਿਪਿਆ ਹੈ? ਇਹ ਪਾਣੀ, ਇਹ ਬਾਣੀ, ਇਹ ਪੌੜੀ ਇਸ ਚੀਜ਼ ਨੂੰ ਪ੍ਰਗਟ ਕਰਦੀ ਹੈ ਹਜੂਰ। ਮੇਰੇ ਮਨ ਦੇ ਸੱਤ ਦੀ ਗੱਲ ਅੱਜ ਗੁਰੂ ਸਮਝਾਣਗੇ। ਮੈਨੂੰ ਸਮਝ ਆਏਗੀ ਕਿ ਮੇਰਾ ਅੱਜ ਤੱਕ ਦਾ ਜੀਵਨ ਕਿਸ ਤਰ੍ਹਾਂ ਟੁਰਦਾ ਰਿਹਾ, ਜਿਸ ਰੂਪ ਵਿੱਚ ਟੁਰ ਰਿਹਾ ਹੈ, ਕਾਰਨ ਕੀ ਹੈ। ਇਸੇ ਬਾਣੀ ਦੇ ਕੁਝ ਆਰੰਭ ਵਿੱਚ ਮਹਾਰਾਜ ਨੇ ਇੱਕ ਗੱਲ ਸਮਝਾਈ ਸੀ ਸਾਨੂੰ ਕਿ ਅਸੀਂ ਲੋਕ ਸਭ ਅੰਮ੍ਰਿਤ ਨੂੰ ਖੋਜਦੇ ਹਾਂ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ। ਇਸ ਪੌੜੀ ਦਾ ਇਸ ਭੁੱਖ ਨਾਲ ਵੀ ਰਿਸ਼ਤਾ ਹੈ, ਪਿਆਸ ਨਾਲ ਵੀ ਰਿਸ਼ਤਾ ਹੈ, ਔਰ ਇਸ ਅੰਮ੍ਰਿਤ ਨਾਲ ਵੀ ਰਿਸ਼ਤਾ ਹੈ। ਗੁਰੂ ਨੇ ਗੱਲ ਤੇ ਇੰਦਰੀ ਦੀ ਕੀਤੀ ਹੈ, ਔਰ ਅਗਲੀ ਦੋ ਪੌੜੀਆਂ ਵੀ ਸੁਣਨ ਨਾਲ ਭਾਵ ਰੱਖਦੀਆਂ ਹਨ, ਸਰੀਰ ਨਾਲ ਭਾਵ ਰੱਖਦੀਆਂ ਹਨ, ਬੋਲਣ ਨਾਲ ਭਾਵ ਰੱਖਦੀਆਂ ਹਨ। ਇਹ ਪੌੜੀ ਬੋਲਣ ਨਾਲ ਰੱਖਦੀ ਹੈ, ਔਰ ਅਗਲੀ ਪੌੜੀਆਂ ਦੇਖਣ ਨਾਲ ਔਰ ਬੋਲਣ ਔਰ ਸੁਣਨ ਨਾਲ ਵੀ ਰਿਲੇਸ਼ਨ ਰੱਖਦੀਆਂ ਹਨ। ਇਹ ਇੰਦਰੀਆਂ ਹਨ। ਥੀਜ਼ ਆਰ ਦ ਸੈਂਸਸ। ਪਰ ਇਹਨਾਂ ਦਾ ਆਪਣਾ ਕੀ ਵਜੂਦ ਹੈ? ਕਿਸੇ ਵੀ ਸੈਂਸ ਦਾ ਆਪਣਾ ਵਜੂਦ ਨਹੀਂ ਹੈ। ਇਹ ਸਭ ਮਨ ਤੋਂ ਡਿਫਾਈਨ ਹੁੰਦਾ ਹੈ। ਮੈਂ ਕੀ ਦੇਖਦਾ ਹਾਂ, ਕਿਹੜੀ ਚੀਜ਼ ਦੇਖ ਕੇ ਮੇਰਾ ਮਨ ਅਟਰੈਕਟ ਹੁੰਦਾ ਹੈ, ਇਹ ਮੇਰੇ ਮਨ ਤੋਂ ਡਿਫਾਈਨ ਹੋ ਰਿਹਾ ਹੈ, ਮੇਰੀ ਸੈਂਸ ਤੋਂ ਨਹੀਂ ਹੋ ਰਿਹਾ ਹੈ। ਗੁਰੂ ਨੇ ਅੱਜ ਜਿਹੜੀ ਗੱਲ ਸਮਝਾਈ ਹੈ, ਉਹਦੇ ਵਿੱਚ ਸਾਨੂੰ ਜਾਣਨਾ ਹੈ ਕਿ ਭੁੱਖ ਇੱਕ ਪ੍ਰਾਈਮਲ ਫੋਰਸ ਹੈ ਜੀਵਨ ਦੀ, ਇੱਕ ਸ਼ਕਤੀ ਹੈ ਭੁੱਖ, ਜਿਹਦੇ ਤੋਂ ਮੈਂ ਡਿਫਾਈਨ ਕਰਦਾ ਹਾਂ ਮੇਰਾ ਜੀਵਨ ਕੀ ਹੈ। ਔਰ ਜਦ ਇਹ ਹਉਮੈ ਦੇ ਨਾਲ ਰਿਸ਼ਤਾ ਰੱਖਦੀ ਹੈ ਤੇ ਬਾਹਰ ਮੁਖੀ ਹੋ ਜਾਂਦੀ ਹੈ, ਫਿਰ ਇਹ ਇੰਦਰੀਆਂ ਇਹਦੇ ਨਾਲ ਰਲ ਜਾਂਦੀਆਂ ਹਨ, ਤਾਂ ਰਸਨਾ ਇਹਦੀ ਭੁੱਖ ਹੈ। ਪਰ ਇਸ ਰਸਨਾ ਦੀ ਆਪਣੀ ਭੁੱਖ ਕੀ ਹੈ ਮਹਾਰਾਜ? ਕੋਈ ਜਨਾ, ਕੋਈ ਇਨਸਾਨ ਆਪਣੇ ਆਪ ਵਿੱਚ ਕਿਹੜੀ ਭੁੱਖ ਰੱਖਦਾ ਹੈ? ਜ਼ਰਾ ਧਿਆਨ ਨਾਲ ਦੇਖੀਏ, ਰਸਨਾ ਦੀ ਭੁੱਖ ਆਪਣੀ ਕੀ ਹੈ? ਕੋਈ ਮੁਰਦਾ ਪਿਆ ਹੈ, ਸੁੱਤਾ ਹੈ, ਉਹਨੂੰ ਕਿਹੜਾ ਰਸ ਆ ਰਿਹਾ ਹੈ? ਪਰ ਕੋਈ ਮਨ ਕਰਕੇ
ਭੁੱਖਾ ਹੈ ਔਰ ਆਪਣੀ ਰਸਨਾ ਨਾਲ ਉਸ ਭੁੱਖ ਨੂੰ ਮਿਟਾਉਣਾ ਚਾਹੁੰਦਾ ਹੈ। ਇਹ ਰਸਨਾ ਉਸ ਨਾਲ ਰਿਲੇਸ਼ਨ ਰੱਖਦੀ ਹੈ ਮਹਾਰਾਜ। ਜੀਵਨ ਵਿੱਚ ਮੇਰਾ ਮਨ ਭੁੱਖਾ ਹੈ, ਇਨਕੰਪਲੀਟ ਹੈ, ਅਧੂਰਾ ਹੈ, ਔਰ ਉਹਦੇ ਕਰਕੇ ਇਹਦੇ 'ਚ ਭਟਕਣ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਧਗੋਸ਼ਟ ਵਿੱਚ ਸਾਨੂੰ ਦੱਸਿਆ, ਕਿਆ ਭਵੀਏ ਸੱਚ ਸੂਚਾ ਹੋਏ। ਤੂੰ ਸੁੱਚਾ ਹੋਣਾ ਚਾਹੁੰਦਾ ਹੈ ਪਰ ਤੂੰ ਭ੍ਰਮਣ ਵੀ ਕਰਦਾ ਹੈ। ਇਹੀ ਗੱਲ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਸਾਨੂੰ ਜਦੋਂ ਭੁੱਖੇ ਦੀ ਗੱਲ ਕੀਤੀ ਤਾਂ ਸਮਝਾਇਆ, ਇਹਨਾਂ ਚਾਰਾਂ ਚੀਜ਼ਾਂ ਨਾਲ ਨਹੀਂ ਲੱਭੇਗਾ। ਸੁੱਚੇ ਹੋਣ ਨਾਲ, ਚੁੱਪ ਰਹਿਣ ਨਾਲ, ਭੁੱਖ ਉਤਾਰਨ ਨਾਲ, ਸਿਆਣਪ ਵਰਤਨ ਨਾਲ ਨਹੀਂ ਹੋਏਗਾ ਕੁਝ। ਇਹਨਾਂ ਚਾਰਾਂ ਨਾਲ ਨਹੀਂ ਲੱਭੇਗਾ। ਤਾਂ ਕਿਵ ਸਚਿਆਰਾ ਹੋਈ ਹੈ ਮਹਾਰਾਜ, ਕਿਵ ਕੂੜੇ ਟੁੱਟੇ ਪਾਲ। ਇਹ ਪੌੜੀ ਇਸ ਪ੍ਰਸ਼ਨ ਨਾਲ ਰਾਫਤਾ ਰੱਖਦੀ ਹੈ ਹਜੂਰ। ਮੇਰਾ ਮਨ ਤ੍ਰਿਪਤ ਕਿਵੇਂ ਹੋਏਗਾ? ਮੇਰੇ ਮਨ ਦੀ ਭੁੱਖ ਕਿਸ ਚੀਜ਼ ਦੀ ਹੈ? ਗੁਰੂ ਇਹੀ ਸਮਝਾ ਰਹੇ ਹਨ ਅੱਜ। ਔਰ ਜਬ ਆਨੰਦ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨੇ ਦੱਸਿਆ ਹੈ ਸਾਨੂੰ ਕਿ ਅਸੀਂ ਸਾਰੇ ਅੰਮ੍ਰਿਤ ਖੋਜਦੇ ਹਾਂ। ਮੈਨੂੰ ਪਿਆਸ ਲੱਗੀ ਹੈ ਤਾਂ ਮੇਰਾ ਜਲ ਉਸ ਪਿਆਸ ਨੂੰ ਬੁਝਾਏਗਾ। ਅੰਮ੍ਰਿਤ ਫਿਰ ਜਲ ਤੋਂ ਕੀ ਫਰਕ ਹੈ? ਅੰਮ੍ਰਿਤ ਦਾ ਰਿਲੇਸ਼ਨਸ਼ਿਪ ਆਨੰਦ ਨਾਲ ਹੈ। ਮੇਰਾ ਮਨ ਸੁਖ ਲੱਭਦਾ ਹੈ, ਸਦਾ ਲਈ ਲੱਭਦਾ ਹੈ, ਔਰ ਅੰਮ੍ਰਿਤ ਜਲ ਦੇ ਰੂਪ ਵਿੱਚ ਆ ਕੇ ਉਸ ਭੁੱਖ ਨੂੰ ਮਿਟਾਉਂਦਾ ਹੈ, ਉਸ ਪਿਆਸ ਨੂੰ ਮਿਟਾਉਂਦਾ ਹੈ। ਉੱਥੋਂ ਮੈਨੂੰ ਸਮਝ ਆਉਂਦਾ ਹੈ ਕਿ ਮੈਂ ਅਧੂਰਾ ਨਹੀਂ ਹਾਂ। ਫਿਰ ਤਾਂ ਇਹ ਦੋ ਪੈਰਾਡਾਈਮਸ ਜੀਵਨ ਦੇ ਹਨ ਹਜੂਰ। ਇੱਕ ਹਉਮੈ ਵਿੱਚ ਤ੍ਰਿਸ਼ਨਾ ਨਾਲ ਰਾਫਤਾ ਰੱਖਦਾ ਹੀ ਹੈ, ਔਰ ਦੂਸਰੀ ਨਾਮ ਨਾਲ ਰਾਫਤਾ ਰੱਖਦਾ ਹੈ ਮਨ। ਜਦੋਂ ਮੇਰੇ ਮਨ ਦਾ এনवायरमेंट ਹਉਮੈ ਦਾ ਹੋਏਗਾ ਤਾਂ ਤ੍ਰਿਸ਼ਨਾ ਉਹਨੂੰ ਗਵਰਨ ਕਰੇਗੀ। ਇਹ ਮੇਰੇ ਕੰਟਰੋਲ 'ਚ ਨਹੀਂ ਹੈ। ਇਹ ਮੈਨੂੰ ਖਿੱਚੇਗੀ, ਤ੍ਰਿਸ਼ਨਾ ਮੈਨੂੰ ਬਣਾਏਗੀ। ਜਿਸ ਤਰ੍ਹਾਂ ਦੀ ਮੇਰੀ ਕੰਡੀਸ਼ਨਿੰਗ ਹੈ ਉਸ ਹਿਸਾਬ ਨਾਲ ਫਿਰ ਮੇਰਾ ਜੀਵਨ ਦੌੜੇਗਾ। ਨੀਡ ਬੇਸਡ ਜੀਵਨ ਨਹੀਂ ਰਹੇਗਾ, ਭੁੱਖ ਬੇਸਡ ਜੀਵਨ ਰਹੇਗਾ। ਗੁਰੂ ਵੀ ਕਹਿੰਦਾ ਹੈ, ਮਨ ਭੁੱਖਾ ਭੁੱਖਾ ਮਤ ਕਰੇ। ਜਿਸ ਚੀਜ਼ ਤੋਂ ਮੈਂ ਭੁੱਖ ਮਿਟਾਉਣਾ ਚਾਹੁੰਦਾ ਹਾਂ ਉੱਥੇ ਭੁੱਖ ਮਿਟਣੀ ਨਹੀਂ ਹੈ। ਇਹੀ ਹੈ ਪੌੜੀ ਸਮਝਾ ਰਹੀ ਹੈ। ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਦ ਤੱਕ ਨਾਮ ਮੇਰੇ ਮਨ ਨੂੰ ਗਵਰਨ ਨਹੀਂ ਕਰੇਗਾ, ਮੇਰੀ ਭੁੱਖ ਕਦੇ ਨਹੀਂ ਮਿਟੇਗੀ। ਔਰ ਨਾਮ ਨਾਲ ਕੀ ਆਉਂਦਾ ਹੈ ਹਜੂਰ? ਆਨੰਦ ਆਉਂਦਾ ਹੈ ਪਾਤਸ਼ਾਹ ਜੀ। ਨਾਮ ਨਾਲ ਸਹਿਜ ਆਉਂਦਾ ਹੈ, ਸੰਤੋਖ ਆਉਂਦਾ ਹੈ, ਆਨੰਦ ਆਉਂਦਾ ਹੈ। ਤਾਂ ਇਹ ਦੋ ਜੀਵਨ ਦੇ ਮਨ ਦੇ ਦੋ ਪਹਿਲੂ ਹਨ, ਔਰ ਇਹਦੇ ਵਿੱਚ ਅਸੀਂ ਸਾਰੇ ਜੂਝ ਰਹੇ ਹਾਂ ਕਿ ਮੈਂ ਕਿਸ ਪਹਿਲੂ ਨਾਲ ਰਾਫਤਾ ਜ਼ਿਆਦਾ ਰੱਖਦਾ ਹਾਂ। ਇਹੀ ਮੇਰੇ ਜੀਵਨ ਨੂੰ ਡਿਕਟੇਟ ਕਰਦਾ ਹੈ, ਮੇਰੇ ਦੁੱਖ ਔਰ ਸੁੱਖ ਨੂੰ ਡਿਕਟੇਟ ਕਰਦਾ ਹੈ, ਮੇਰੇ ਕੱਲ੍ਹ ਨੂੰ ਡਿਕਟੇਟ ਕਰਦਾ ਹੈ, ਮੇਰੀ ਮੌਤ ਨੂੰ ਵੀ ਇਹੀ ਡਿਕਟੇਟ ਕਰਦਾ ਹੈ ਕਿ ਮਰ ਕੇ ਕਿਧਰ ਜਾਏਗਾ। ਇਹ ਵੀ ਇਹਦੇ ਨਾਲ ਰਿਸ਼ਤਾ ਰੱਖਦਾ ਹੈ। शरीर छड़ के किधर जाएगा। ऐस मन को कोई खोजो पाई, तन छूटे मन कहाँ समाई। किवें मैं दुनिया नूं देखदा हाँ, इत्थों ही गवर्न हुंदा है हजूर। किसी नूं चोर दिखदा है, निरंकार उहदे मन नूं बदल दिंदा है। गुरु नानक साहब उहदे गल मन नूं बदल दिंदे हन, चोर नहीं रह गया। मैनू चोर दिखेगा, मैं उन्होंने चोर नूं मारन नूं फिरांगा, उहदे रोग नूं नहीं मिटा पावांगा। पर मैं अज दे जीवन विच इसे तरह जी रहा हाँ, सोसाइटी भी इसे तरह जी रही है हजूर। असी जदों किसी नूं रोगी देखते हाँ, मानसिक तौर पर रोगी, उसे तो सारे रोग आ रहे हैं हजूर। और अगर देखा जाए असी सारे रोगी हाँ। जब तक असी नाम विच तृप्त नहीं हो जाते, असी सारे ऐसे पड़ाव विच खड़े हाँ जीवन दे, जिथे रोग है मन दे विच, हौमे दीर्घ रोग है। और इस रोग दे नाल मैं डिफाइन होंदा हाँ, आप डिफाइन होंदे हो, सारी सोसाइटी डिफाइन होंदी है।
ਔਰ ਜਦੋਂ ਅਸੀਂ ਕਿਸੇ ਹੋਰ ਰੋਗੀ ਨੂੰ ਦੇਖਦੇ ਹਾਂ ਪ੍ਰਗਟ ਰੂਪ ਵਿੱਚ, ਸਾਡਾ ਹੀ ਦੂਜਾ ਪ੍ਰਤੀਬਿੰਬ ਹੈ, ਤਾਂ ਅਸੀਂ ਉਹਨੂੰ ਕਹਿੰਦੇ ਹਾਂ ਇਹਨੂੰ ਮਾਰੋ। ਅਸੀਂ ਰੋਗ ਨੂੰ ਨਹੀਂ ਮਿਟਾਉਣਾ ਚਾਹੁੰਦੇ, ਅਸੀਂ ਆਪਣੇ ਰੋਗ ਦੀ ਗਿਲਟ ਕਰਕੇ ਦੂਸਰੇ ਨੂੰ ਮਾਰਨ ਨੂੰ ਜਾਂਦੇ ਹਾਂ। ਤਾਂ ਸੁਸਾਇਟੀ ਵਿੱਚ ਰੋਗ ਨਹੀਂ ਮਿਟਦਾ ਹੈ। ਦੂਸਰਾ ਮਿਟ ਜਾਂਦਾ ਹੈ, ਰੋਗ ਨਹੀਂ ਮਿਟਦਾ ਹੈ। ਇਹੀ ਚੀਜ਼ ਗੁਰੂ ਸਾਨੂੰ ਦੱਸਦਾ ਪਿਆ ਅੱਜ, ਕਿ ਜੀਵਨ ਵਿੱਚ ਭੁੱਖ ਹੈ ਕਿਸੇ ਚੀਜ਼ ਦੀ, ਔਰ ਇਹ ਭੁੱਖ ਤ੍ਰਿਸ਼ਨਾ ਨਾਲ ਨਹੀਂ ਮਿਟੇਗੀ। ਤ੍ਰਿਸ਼ਨਾ ਕਦੇ ਵੀ ਭੁੱਖ ਨਹੀਂ ਮਿਟਾਏਗੀ। ਜਦ ਤੱਕ ਨਾਮ ਮਨ ਵਿੱਚ ਗਵਰਨ ਨਹੀਂ ਕਰੇਗਾ, ਮਨ ਭੁੱਖਾ ਹੀ ਰਹੇਗਾ, ਅਧੂਰਾ ਹੀ ਰਹੇਗਾ। ਔਰ ਉਸ ਤੋਂ ਹੀ ਸੁਸਾਇਟੀ ਪੂਰੀ ਡਿਫਾਈਨ ਹੋ ਰਹੀ ਹੈ ਅੱਜ ਦੀ। ਥੋੜਾ ਸਮਝਣ ਦਾ ਯਤਨ ਹੈ। ਤਾਂ ਜਦੋਂ ਗੁਰੂ ਨੇ ਕਿਸੇ ਰੋਗੀ ਨੂੰ ਦੇਖਿਆ ਤਾਂ ਉਹਦਾ ਮਨ ਬਦਲ ਦਿੱਤਾ। ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਕੋਈ ਚੋੜ ਮਿਲਿਆ, ਕੋਈ ਤਾੜਵੀ ਮਿਲਿਆ, ਤਾਂ ਗੁਰੂ ਨੇ ਉਹਦਾ ਮਨ ਬਦਲ ਦਿੱਤਾ। ਉਹਦੇ ਰੋਗ ਨੂੰ ਜਾਣਿਆ, ਉਹਦੇ ਮਨ ਨੂੰ ਜਾਣਿਆ। ਕਿਉਂ ਬਦਲ ਦਿੱਤਾ, ਕਿਵੇਂ ਬਦਲ ਦਿੱਤਾ? ਕਿਉਂਕਿ ਗੁਰੂ ਦਾ ਆਪਣਾ ਮਨ ਉੱਥੇ ਵਸਦਾ ਹੈ ਜਿੱਥੇ ਕੋਈ ਰੋਗ ਨਹੀਂ ਹੈ। ਮੇਰਾ ਮਨ ਉੱਥੇ ਵਸਦਾ ਹੈ ਜਿੱਥੇ ਰੋਗ ਹੈ। ਇਸ ਕਰਕੇ ਜਦੋਂ ਦੂਸਰੇ ਰੋਗੀ ਨੂੰ ਮੈਂ ਦੇਖਦਾ ਹਾਂ, ਆਪਣੇ ਆਪ ਦੇ ਰੋਗ ਤੋਂ ਵਿਆਕੁਲ, ਮੈਂ ਉਸ ਨੂੰ ਮਾਰਨ ਨੂੰ, ਉਸ ਨੂੰ ਪਨਿਸ਼ ਕਰਨ ਨੂੰ ਦੁਨੀਆ ਦਾ ਸੱਚ ਸਮਝਦਾ ਵਾਂ। ਮੈਂ ਆਪਣੇ ਰੋਗ ਦੀ ਅਨਕੌਂਸ਼ੀਅਸ ਬਲੇਮ ਦੂਸਰੇ ਤੇ ਪਾਉਣਾ ਚਾਹੁੰਦਾ ਹਾਂ। ਇਹ ਸਾਰੀ ਸੁਸਾਇਟੀ ਕਰਨਾ ਚਾਹੁੰਦੀ ਹੈ ਕਿ ਕੁਝ ਲੋਕਾਂ ਕਰਕੇ ਸੁਸਾਇਟੀ ਖਰਾਬ ਹੈ, ਪਰ ਇਹ ਪੂਰੀ ਸ੍ਰਿਸ਼ਟੀ ਇੱਕ ਰੋਗ ਤੋਂ ਗ੍ਰਸਤ ਹੈ। ਉਹਦੇ ਕਰਕੇ ਇਹਦਾ ਇਹ ਹਾਲ ਹੈ ਅੱਜ। ਹਉਮੈ ਦੀਰਘ ਰੋਗ ਹੈ, ਔਰ ਗੁਰੂ ਕਹਿੰਦਾ ਹੈ ਇਹਦੇ ਵਿੱਚ ਇਹਦਾ ਹੱਲ ਵੀ ਹੈ। ਜੇ ਮੈਂ ਆਪਣੇ ਮਨ ਨੂੰ ਸੰਭਾਲਣਾ ਸ਼ੁਰੂ ਕਰ ਦਿਆਂ, ਆਪ ਆਪਣੇ ਮਨ ਨੂੰ ਸੰਭਾਲੋ। ਇਸ ਤਰ੍ਹਾਂ ਅਸੀਂ ਸਾਰੇ ਮਨ ਔਰ ਨਾਮ ਦੇ ਜੁੜਨ ਦੇ ਵਿੱਚ ਲੱਗ ਜਾਈਏ ਤਾਂ ਪੂਰੀ ਸ੍ਰਿਸ਼ਟੀ ਬਦਲੀ ਹੋ ਜਾਏਗੀ। ਨਾ ਤਾਂ ਭੁੱਖ ਡਰਾਈਵ ਕਰੇਗੀ ਜੀਵਨ ਨੂੰ, ਨਾ ਤਾਂ ਇਹ ਵਾਂਟਿੰਗ ਡਰਾਈਵ ਕਰੇਗੀ, ਨੀਡ ਡਰਾਈਵ ਕਰੇਗੀ। ਫਿਰ ਮੇਰੀ ਲੋੜਾਂ ਡਰਾਈਵ ਕਰਨਗੀਆਂ। ਕੀ ਇਹਦਾ ਮਤਲਬ ਹੈ ਕਿ ਕੋਈ ਆਲੀਸ਼ਾਨ ਮਹਿਲ 'ਚ ਨਹੀਂ ਰਹੇਗਾ? ਕੀ ਇਹਦਾ ਮਤਲਬ ਹੈ ਕਿਸੇ ਕੋਲ ਪੈਸਾ ਨਹੀਂ ਹੋਏਗਾ? ਮਹਾਰਾਜ, ਮੈਨੂੰ ਨਹੀਂ ਲੱਗਦਾ ਇਹਦਾ ਇਹ ਅਰਥ ਬਣਦਾ ਹੈ। ਮੇਰੀ ਕੰਡੀਸ਼ਨਿੰਗ ਦੇ ਹਿਸਾਬ ਨਾਲ ਮੇਰਾ ਜੀਵਨ ਡਿਫਾਈਨ ਹੁੰਦਾ ਹੈ। ਕਹਿਣ ਦਾ ਤਤਪਰ ਇਹ ਹੈ ਕਿ ਮੈਂ ਦੂਸਰੇ ਦੇ ਹੱਕ ਨੂੰ ਮਾਰ ਕੇ ਆਪਣਾ ਜੀਵਨ ਨਹੀਂ ਜੀਵਾਂਗਾ, ਮੈਂ ਵੰਡ ਛਕਾਂਗਾ। ਔਰ ਵੰਡ ਛਕਣ ਦਾ ਆਧਾਰ ਵੀ ਇਹੀ ਹੈ ਕਿ ਮੇਰੇ ਕੋਲ ਜੋ ਹੈ ਉਹ ਮੇਰੀ ਭੁੱਖ ਕਰਕੇ ਨਹੀਂ ਹੈ, ਉਹ ਗੁਰੂ ਦੀ ਬਖਸ਼ਿਸ਼ ਕਰਕੇ ਹੈ। ਦੋ ਹੀ ਤਰੀਕੇ ਹਨ ਮਨ ਦੇ এনवायरमेंट ਨੂੰ ਸੰਭਾਲਣ ਵਾਸਤੇ, ਮਨ ਦੀ ਅਵਸਥਾ ਨੂੰ ਜਾਣਨ ਵਾਸਤੇ। ਇੱਕ ਤਾਂ ਤ੍ਰਿਸ਼ਨਾ ਔਰ ਹਉਮੈ ਹੈ, ਔਰ ਦੂਸਰਾ ਨਾਮ ਔਰ ਸੰਤੋਖ ਔਰ ਆਨੰਦ ਹੈ। ਮੈਂ ਕਿਸ ਨੂੰ ਚੂਜ਼ ਕਰਦਾ ਹਾਂ, ਇੱਥੋਂ ਮੇਰਾ ਜੀਵਨ ਡਿਫਾਈਨ ਹੁੰਦਾ ਹੈ। ਕਿਤਨਾ ਦੁੱਖ ਸੁੱਖ ਮੈਂ ਸਮਾਂਗਾ, ਉੱਥੋਂ ਡਿਫਾਈਨ ਹੁੰਦਾ ਹੈ। ਮੈਂ ਆਪਣੇ ਇਸ ਜੀਵਨ ਵਿੱਚ ਕੀ ਕਮਾਈ ਕਰ ਸਕਾਂਗਾ, ਇੱਥੋਂ ਡਿਫਾਈਨ ਹੁੰਦਾ ਹੈ। ਤਾਂ ਇਹ ਗੁਰੂ ਸਾਹਿਬ ਜਪਜੀ ਸਾਹਿਬ ਨੂੰ, ਮੈਨੂੰ ਲੱਗਦਾ ਹੈ ਜਿਵੇਂ ਜਪਜੀ ਸਾਹਿਬ ਇੱਕ ਤਰ੍ਹਾਂ ਇੱਥੇ ਸਮਝਾਈ ਜਾ ਰਹੀ ਹੈ ਨਵੇਂ ਤਰੀਕੇ ਨਾਲ। ਕਈ ਵਾਰ ਤਾਂ ਇਹ ਮਹਿਸੂਸ ਵੀ ਹੁੰਦਾ ਹੈ ਕਿ ਪੂਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਦੇ ਆਧਾਰ ਤੇ ਅੱਗੇ ਚੱਲਦੀ ਹੈ। ਕਨਸੈਪਟ ਉਹੀ ਹੈ, ਇੱਕ ਨਵੇਂ ਤਰੀਕੇ ਨਾਲ ਗੁਰੂ ਅਮਰਦਾਸ ਸਮਝਾ ਰਹੇ ਹਨ। ਅੱਜ ਗੁਰੂ ਨੇ ਰਸਨਾ ਨੂੰ ਸਾਹਮਣੇ ਰੱਖਿਆ ਹੈ। ਗੁਰੂ ਨੇ ਇਹ ਕਿਹਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਮੇਰੀ ਜਿਹੜੀ ਹੈ ਸਵਾਦ ਦਾ ਭੁੱਖ ਹੈ ਇਸ ਰਸਨਾ ਵਿੱਚ, ਇਹ ਅਨਰਸ ਹੈ, ਨਾਮ ਦਾ ਰਸ ਨਹੀਂ ਹੈ। ਤੇ ਕਿਹੜਾ ਰਸ ਹੈ ਹਜੂਰ?
ਇਹ ਜੋ ਮੇਰੀ ਹਉਮੈ ਨੇ ਚੂਜ਼ ਕੀਤਾ ਹੈ। ਡਰਾਈਵਿੰਗ ਫੋਰਸ ਇਸ ਰਸਨਾ ਦੇ ਵਿੱਚ ਮੇਰਾ ਅਧੂਰਾ ਮਨ ਹੈ, ਔਰ ਜੋ ਮੇਰੀ ਹਉਮੈ ਮੰਗਦੀ ਹੈ ਮੇਰਾ ਉਸ ਤਰਫ ਜੀਵਨ ਟੁਰਦਾ ਹੈ ਹਜ਼ੂਰ। ਤਾਂ ਗੁਰੂ ਕਹਿੰਦੇ ਇੱਥੇ ਪਿਆਸ ਨਹੀਂ ਬੁਝੇਗੀ, ਭੁੱਖੇ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇੱਥੇ ਇਸ ਰਸਨਾ ਦੀ ਭੁੱਖ ਕਦੇ ਵੀ ਨਹੀਂ ਮੁੱਕੇਗੀ। ਔਰ ਇਹ ਸਿਰਫ ਰਸਨਾ ਦੀ ਗੱਲ ਨਹੀਂ ਹੈ, ਸੁਣਨ ਦੀ ਵੀ ਗੱਲ ਹੈ, ਦੇਖਣ ਦੀ ਵੀ ਗੱਲ ਇਹੀ ਹੈ। ਗੁਰੂ ਨੇ ਇਹ ਵੀ ਸਮਝਾਇਆ ਹੈ ਸੈਕਸ਼ੂਅਲ ਐਪੇਟਾਈਟ ਦਾ ਵੀ ਰਿਲੇਸ਼ਨਸ਼ਿਪ ਐਸੇ ਚੀਜ਼ ਨਾਲ ਹੈ। ਤਾਂ ਜਦੋਂ ਸਿੱਧ ਗੋਸ਼ਟ ਵਿੱਚ ਗੁਰੂ ਸਮਝਾਉਂਦਾ ਹੈ ਕਿ ਬਿੰਦ ਨਾ ਰੱਖਿਓ, ਆਪਣੀ ਸੈਕਸ਼ੂਅਲ ਐਨਰਜੀ ਨੂੰ ਵੇਸਟ ਕਰ ਦਿੱਤਾ, ਕੰਜ਼ਰਵ ਨਾ ਕੀਤਾ, ਬਿੰਦ ਨਾ ਰੱਖਿਆ, ਇਹਦਾ ਵੀ ਇਸ ਭੁੱਖ ਨਾਲ ਰਿਲੇਸ਼ਨਸ਼ਿਪ ਹੈ। ਜਿਤਨਾ ਮਰਜ਼ੀ ਕੋਈ ਭੋਗ ਲਏ ਉਹਦੀ ਭੁੱਖ ਨਹੀਂ ਉਤਰੇਗੀ। ਜਿਤਨੀ ਮਰਜ਼ੀ ਔਰਤਾਂ ਨਾਲ ਜਾਂ ਮਰਦਾਂ ਨਾਲ ਅਸੀਂ ਭੋਗ ਲਈਏ ਸਾਡੀ ਭੁੱਖ ਕਦੇ ਨਹੀਂ ਜਾਏਗੀ। ਇਹ ਨੇਚਰ ਜੀਵਨ ਦੇ ਮੂਲ ਨੇਚਰ ਵਿੱਚ ਰੈਜ਼ੀਡੈਂਟ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਆਪਣੇ ਬਾਰੇ। ਮੈਂ ਕੁਝ ਵੀ ਕਰ ਲਵਾਂ, ਜਦ ਤੱਕ ਮਨ ਦੇ ਅਧੂਰੇਪਨ ਨੂੰ ਨਾਮ ਨਾਲ ਨਹੀਂ ਜੋੜਾਂਗਾ, ਇੱਕ ਐਸੇ ਖੂਹ ਵਿੱਚ ਵੜ ਜਾਵਾਂਗਾ, ਚਲਾ ਜਾਵਾਂਗਾ ਜਿਹਦਾ ਕੋਈ ਅੰਤ ਨਹੀਂ ਹੈ। ਔਰ ਗੁਰੂ ਨੇ ਅੱਜ ਇੱਕ ਰਸਨਾ ਨੂੰ ਸਾਹਮਣੇ ਰੱਖ ਕੇ ਸਾਨੂੰ ਇਹ ਗੱਲ ਸਮਝਾਈ ਹੈ ਮੇਰੇ ਜੀਵਨ ਬਾਰੇ ਹਜ਼ੂਰ। ਨਿਰੰਕਾਰ ਨੇ ਪੂਰੀ ਸ੍ਰਿਸ਼ਟੀ ਨੂੰ ਆਨੰਦ ਬਖਸ਼ਿਆ ਹੈ, ਤਾਂ ਫਿਰ ਆਨੰਦ ਦਿਖਦਾ ਕਿਉਂ ਨਹੀਂ ਹੈ ਜੀਵਨ ਵਿੱਚ? ਕਿਉਂ ਸਾਨੂੰ ਦੂਸਰੇ ਨੂੰ ਮਾਰ ਕੇ ਆਪਣੇ ਆਨੰਦ ਲੱਭਦਾ ਹੈ, ਜਾਂ ਦੂਸਰੇ ਦਾ ਹੱਕ ਮਾਰ ਕੇ, ਦੂਸਰੇ ਨਾਲ ਜੰਗ ਛੇੜ ਕੇ, ਸੋਸਾਇਟੀ ਨੂੰ ਡਿਵਾਈਡ ਕਰਕੇ ਸਾਨੂੰ ਤਾਂ ਹੀ ਖੁਸ਼ੀ ਮਿਲਦੀ ਹੈ? ਇੱਕ ਸੈਡਿਜ਼ਮ ਡਰਾਈਵ ਕਰ ਰਿਹਾ ਹੈ ਸਾਨੂੰ ਇਹ ਲੱਗਣ ਲੱਗ ਪਿਆ ਕਿ ਮਨ ਦੇ ਅਧੂਰੇਪਨ ਨੂੰ ਮੈਂ ਦੂਸਰੇ ਤੋਂ ਪੂਰਾ ਕਰ ਲਵਾਂਗਾ, ਉਹਦਾ ਦੋਸ਼ ਦੂਸਰਾ ਹੈ, ਮੈਂ ਨਹੀਂ ਹਾਂ। ਮੈਂ ਹੁਕਮ ਵਿੱਚ ਜੀਣਾ ਜਾਣਦਾ ਨਹੀਂ ਹਾਂ, ਨਾ ਜਾਣਨਾ ਚਾਹੁੰਦਾ ਹਾਂ, ਕਿਉਂਕਿ ਹੁਕਮ ਵਿੱਚ ਮੈਂ ਨਹੀਂ ਹਾਂ। ਮੈਂ ਹਉਮੈ ਤੋਂ ਜੀਵਨ ਨੂੰ ਡਿਫਾਈਨ ਕਰ ਰਿਹਾ ਹਾਂ। ਮੈਂ ਆਪਣੇ ਆਪ ਨੂੰ ਰੋਗੀ ਬਣਾ ਲਿਆ ਹੈ ਮਹਾਰਾਜ। ਮੈਨੂੰ ਮੰਨਣਾ ਪਏਗਾ ਇਸ ਗੱਲ ਨੂੰ ਕਿ ਇਹ ਹਉਮੈ ਮੈਨੂੰ ਰੋਗੀ ਬਣਾ ਰਹੀ ਹੈ, ਔਰ ਇਸ ਰੋਗ ਤੋਂ ਮੈਂ ਤ੍ਰਿਪਤ ਹੋਣ ਵੱਲ ਕਿਵੇਂ ਜਾਵਾਂਗਾ, ਕੰਪਲੀਟਨੈਸ ਵੱਲ ਕਿਵੇਂ ਜਾਵਾਂਗਾ ਹਜ਼ੂਰ? ਇੱਥੇ ਗੁਰੂ ਔਰ ਸਿੱਖ ਦਾ ਸਾਰਾ ਰਿਲੇਸ਼ਨਸ਼ਿਪ ਡਿਫਾਈਨ ਹੁੰਦਾ ਹੈ। ਜਦੋਂ ਐਸੇ ਬਾਣੀ ਵਿੱਚ ਇੱਕ ਛੋਟੀ ਜਿਹੀ ਤੁਕ ਵਿੱਚ ਗੁਰੂ ਨੇ ਕਿੰਨੀ ਵੱਡੀ ਗੱਲ ਕਰ ਦਿੱਤੀ, ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ, ਇਹ ਬੜੀ ਉੱਚੀ ਗੱਲ ਹੈ। ਐਸੇ ਦੀ ਅਵੇਅਰਨੈਸ ਵਿੱਚ ਕਿ ਮੈਂ ਆਪਣੇ ਆਪ ਨੂੰ ਰੋਗੀ ਜਾਣਦਾ ਹਾਂ, ਐਸੇ ਨੂੰ ਜਾਣ ਕੇ ਕਿ ਦੁਨੀਆ ਦਾ ਹੱਲ ਉੱਥੇ ਨਹੀਂ ਹੈ ਜਿੱਥੇ ਮੈਂ ਲੱਭਦਾ ਹਾਂ, ਮੈਂ ਗੁਰੂ ਅੱਗੇ ਜਾਵਾਂ ਤਾਂ ਮੈਂ ਤ੍ਰਿਪਤ ਹੋ ਜਾਂਦਾ ਹਾਂ ਮਹਾਰਾਜ। ਉੱਥੇ ਗੁਰੂ ਮੇਰੇ ਜੀਵਨ ਨੂੰ ਡਿਫਾਈਨ ਕਰ ਦਿੰਦਾ ਹੈ, ਇੱਕ ਨਵਾਂ ਜੀਵਨ ਬਖਸ਼ਦਾ ਹੈ, ਨਵੀਂ ਉਡਾਰੀ ਦਿੰਦਾ ਹੈ ਮੈਨੂੰ। ਸਰੀਰ, ਇੰਦਰੀਆਂ ਤੋਂ, ਸੈਂਸਿਸ ਤੋਂ, ਭੁੱਖ ਤੋਂ ਪਰੇ ਦਾ ਇੱਕ ਤ੍ਰਿਪਤਤਾ ਦਾ ਜੀਵਨ ਬਖਸ਼ ਦਿੰਦਾ ਹੈ, ਜਿੱਥੇ ਫਿਰ ਪਦਾਰਥਵਾਦ ਜੀਵਨ ਨਹੀਂ ਰਹਿ ਜਾਂਦਾ। ਆਨੰਦ, ਨਾਮ, ਸੰਤੋਖ, ਸਹਿਜ ਹੋ ਜਾਂਦਾ ਹੈ ਮਹਾਰਾਜ ਜੀਵਨ। ਮੈਂ ਗੁਰੂ ਦੇ ਸੰਮੁਖ ਹੀ ਨਹੀਂ ਜਾ ਪਾ ਰਿਹਾ। ਦੋਸ਼ ਤਾਂ ਸਾਰਾ ਮੇਰੇ ਤੇ ਹੈ, ਸ਼ੁਰੂ ਮੇਰੇ ਤੋਂ ਹੀ ਹੋ ਰਿਹਾ ਹੈ। ਮੈਂ ਆਪਣੀ ਭੁੱਖ ਨੂੰ ਜਾਣ ਹੀ ਨਹੀਂ ਰਿਹਾ ਕਿਸ ਚੀਜ਼ ਦੀ ਭੁੱਖ ਹੈ, ਜਦੋਂ ਗੁਰੂ ਮੈਨੂੰ ਕਹਿੰਦਾ ਹੈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਔਰ ਫਿਰ ਦੱਸਦਾ ਹੈ ਸਾਨੂੰ ਕਿ ਗੁਰੂ ਕੋਲ ਮਿਲੇਗਾ ਹੈ ਅੰਮ੍ਰਿਤ। ਮੈਂ ਇਹਨੂੰ ਹੋਰ ਜਗ੍ਹਾ ਲੱਭਦਾ ਹਾਂ, ਔਰ ਇਹੀ ਗੱਲ ਗੁਰੂ ਨੇ ਅੱਜ ਸਾਡੇ ਸਾਹਮਣੇ ਰੱਖੀ ਹੈ ਕਿ ਮੈਂ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ।
कि जब तक हरि दा रस तेरे मन विच नहीं उतरदा तद तक जीवन पूरा अधूरा रहेगा। भावें जितने मर्जी मैं करोड़ां हज़ारां करोड़ां इकट्ठे कर लवां, भावें जितने मर्जी मैं अपने मन विच आडंबर महल इकट्ठे कर लवां, ਇਹ सब दुख दे पोटलियां हैं, कुछ नहीं हैं होर। सूफी स्टोरी है एक पुरानी, वो अपने शिष्य नूं कहंदा है पैसा बहुता ज़्यादा इकट्ठा ना करी, नहीं तो सारा जीवन उसनूं संभालण च ही निकल जाएगा। पुरातन सिख जदों अरदास करते सन, गुरु कहते सन मेरा जीवन दे विच जितनी पूंजी है इतनी दें कि लोड़ ना रहे, पर इतनी भी ना दें कि इकट्ठा हो जाए पैसा। एक जीवन का तरीका है। एक भाई साहब ने गल समझाई सी, कहते एक दिन एक निहंग सिंह मिलिया स्टेशन ते, उन्होंने भुख लगी सी, खाण का पैसा नहीं सी, तो समझ आई कि 50 रुपए दी रोटी मिलती सी और 50 रुपए विच दी चेंज नहीं सी हथ विच, तो भाई साहब ने निहंग नूं 100 रुपए दे दिते। निहंग ने प्यार नाल ले ले, गुरु तो अरदास की, रोटी खाई। इन्नी देर विच भाई साहब दूसरे प्लेटफॉर्म ते चले गए। स्टेशन ते ट्रेन नहीं आई सी। निहंग लभन गए, उन्होंने लभ के उन्होंने कोल पहुंचे, 50 रुपए वापस किए। तो भाई साहब ने उन्होंने कहा की लोड़ सी, तुसी होर भी तो रात नूं भी तो रोटी खानी है। निहंग का तेवर बड़ा चढ़ गया। उन्हें एको ही गल कही, थानू लगता है कि तुसी देण वाले हो मैनू, जिसने यह 50 रुपए दोपहर दे भेजे हैं वो रात दे भी भेजेगा। तुसी अपने आप नूं दाता बना लिया, यह तुहाडा रोग है। यह अपने 50 रुपए लो, मेरी देख रेख निरंकार करता है, जो मेरी लोड़ां ने वो पहुँचाएगा। अज थोड़े थ्रू पहुँचाई है, शाम नूं किसी होर दे राह पहुँचाएगा। एक सोचण का तरीका है महाराज। जीवन नूं कौन पूरा करता है, जीवन अधूरा किस कारण है, यह सब कुछ मेरे मन विच डिफाइन हो रहा है। और आजीवन ऐसे भटकन विच मैं भटकदा रहना हाँ कि यह तृप्तता मैनू बाहर मुखी जीवन तो मिल जाए, हौमे तो मिल जाए, हौमे दे विच रहिंदे होए मैं पूरा हो जावां, अधूरापन नहीं रहे। अज दी लोड़ जदों पूरी हुंदी है तो कई बार तृप्त होंदा भी हाँ, लगता है कि तृप्त हो गए, पर भुख नहीं मिटदी है महाराज। एक चीज़ दी भुख आएगी तो दूसरे दी फिर आ जाएगी। मन दी तृप्तता मेरे जीवन दे एटीट्यूड नूं डिफाइन करती है। और अगर मन अतृप्त है, नाम नाल नहीं जुड़िया, तो मैं एक भट्ठी विच जल रहा हाँ। बाबा देखे ध्यान तर, जलती सब पृथ्वी दिसाई। केड़ी किहदे विच जल रही है पृथ्वी सारी, इस अधूरेपन विच जल रही है महाराज। जिसनूं ना समझ के मैनू लगता है कि मैं इसनूं अपनी सियाणप तो जान लवांगा और पूरा कर लवांगा, और फिर मेरा सारा जीवन एक रिएक्शन विच ही चलता रहता है और अपने आप तो बहुत दूर निकल आना हाँ। और जदों मैं बहुत दूर निकल आना हाँ, फिर मैं गुरु नूं दोष दिंदा हाँ कि मैं इत्थे इन्ने दुख विच किवें आ गया। और फिर उत्थों वापसी करना उतना ही औखा है, क्योंकि मैं अपने आप तो बहुत दूर निकल आया हाँ। फिर मैं सॉल्यूशंस लभदा हाँ। आसा दी वार दी पौड़ी विच जदों शुरू विच महाराज ने कहा है, उसे दी गल अगे चल रही है। जीवन शरीर नहीं है,
ਜੀਵਨ ਹੈ, ਇੰਦਰੀਆਂ ਨਹੀਂ ਹੈ। ਜੀਵਨ ਮਨ ਤੋਂ ਡਿਫਾਈਨ ਹੁੰਦਾ ਹੈ, ਮਨ ਦੀ ਅਵਸਥਾ ਤੋਂ ਡਿਫਾਈਨ ਹੁੰਦਾ ਹੈ। ਔਰ ਮਨ ਦੇ ਵਿੱਚ ਕੀ ਹੈ? ਬਾਣੀ ਕਹਿੰਦੀ ਹੈ ਇੱਕ ਮ੍ਰਿਗ ਤ੍ਰਿਸ਼ਨਾ ਵਿੱਚ ਅਸੀਂ ਫਸ ਗਏ ਹਾਂ। ਮ੍ਰਿਗ ਤ੍ਰਿਸ਼ਨਾ ਕੀ ਹੈ ਹਜੂਰ? ਜੋ ਮੇਰੇ ਕੋਲ ਹੈ ਉਸੇ ਲਈ ਮੈਂ ਭਟਕ ਰਿਹਾ ਹਾਂ, ਇਹ ਮਿਰਗ ਤ੍ਰਿਸ਼ਨਾ ਹੈ। ਇੱਕ ਮ੍ਰਿਗ ਕਸਤੂਰੀ, ਇੱਕ ਡੀਅਰ ਦੇ ਨਾਲ ਕਸਤੂਰੀ ਹੁੰਦੀ ਹੈ ਉਹਦੀ ਪੁੱਛ ਵਿੱਚ, ਉਸ ਨੂੰ ਸਮਝ ਨਹੀਂ ਆਉਂਦੀ ਔਰ ਉਸ ਦੀ ਖੁਸ਼ਬੂ ਕਰਕੇ ਭਟਕਦਾ ਰਹਿੰਦਾ ਹੈ। ਉਸ ਨੂੰ ਲੱਭਦਾ ਰਹਿੰਦਾ ਹੈ ਕਿ ਕਿੱਥੋਂ ਆ ਰਹੀ ਹੈ, ਬਾਹਰੋਂ ਆਪਣੀ ਇੰਦਰੀਆਂ ਤੋਂ, ਆਪਣੇ ਸੁੰਘਣ ਤੋਂ, ਫਿਰ ਦੇਖਣ ਤੋਂ ਭਟਕਦਾ ਹੈ। ਦੇਖਦਾ ਰਹਿੰਦਾ ਹੈ ਕਿ ਕਿੱਥੇ ਹੈ ਜਿੱਥੋਂ ਖੁਸ਼ਬੂ ਆ ਰਹੀ ਹੈ। ਉਹਨੂੰ ਆਪਣੇ ਅੰਦਰ ਦਾ ਗਿਆਨ ਨਹੀਂ ਹੈ ਕਿ ਉਹਦੇ ਨਾਲ ਹੀ ਹੈ। ਇਹੀ ਹਾਲ ਮੇਰਾ ਹੈ ਮਹਾਰਾਜ, ਕਾਫੀ ਸਾਰਿਆਂ ਦਾ ਹੈ। ਜਦ ਤੱਕ ਬਖਸ਼ਿਸ਼ ਗੁਰਪ੍ਰਸਾਦ ਦੀ ਨਹੀਂ ਹੁੰਦੀ, ਇਹ ਭਟਕਣ ਹੀ ਜੀਵਨ ਨੂੰ ਡਿਫਾਈਨ ਕਰਦਾ ਹੈ। ਅਸੀਂ ਇਸੇ ਤਰ੍ਹਾਂ ਹਾਂ, ਮਨ ਦੇ ਵਿੱਚੋਂ ਆਨੰਦ ਵਸਦਾ ਹੈ ਪਰ ਮੈਂ ਉਹਨੂੰ ਲੱਭਦਾ ਬਾਹਰ ਹਾਂ, ਪਦਾਰਥ ਵਿੱਚ ਲੱਭਦਾ ਰਹਿੰਦਾ ਹਾਂ। ਅੱਜ ਇੱਕ ਚੀਜ਼ ਲੈਂਦਾ ਹਾਂ, ਫਿਰ ਦੂਸਰੀ, ਫਿਰ ਤੀਸਰੀ, ਫਿਰ ਚੌਥੀ। ਅੱਜ ਇੱਕ ਰਿਲੇਸ਼ਨਸ਼ਿਪ ਹੈ, ਫਿਰ ਦੂਸਰਾ ਹੈ, ਫਿਰ ਤੀਸਰਾ ਹੈ, ਕੋਈ ਅੰਤ ਨਹੀਂ ਹੈ। ਗੁਰੂ ਸਮਝਾ ਰਿਹਾ ਹੈ ਕਿ ਜਦ ਤੱਕ ਨਿਰੰਕਾਰ ਦੀ ਨਾਮ ਦੇ ਨਾਲ ਨਹੀਂ ਜੁੜਾਂਗਾ ਅਧੂਰਾ ਹੀ ਰਵਾਂਗਾ, ਭੁੱਖ ਨਹੀਂ ਮਿਟੇਗੀ ਔਰ ਜਲਦਾ ਰਵਾਂਗਾ। ਗੁਰੂ ਅਮਰਦਾਸ ਨੇ ਵੀ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਕਿਸ ਵਿੱਚ ਜਲ ਰਿਹਾ ਹੈ ਹਜੂਰ? ਜਗਤ ਜਲੰਦਾ ਦੇਖ ਕੇ ਭਜ ਪਏ ਸਰਨਾਈ, ਏਕੋ ਨਾਮ ਚੇਤ ਮੇਰੇ ਭਾਈ। ਨਾਮ ਦੇ ਬਿਨਾਂ ਸਭ ਅਧੂਰੇਪਨ ਵਿੱਚ ਭਟਕ ਰਹੇ ਹਾਂ, ਉਹਦੇ ਵਿੱਚ ਜਲ ਰਹੇ ਹਾਂ। ਉਸ ਅਧੂਰੇਪਨ ਵਿੱਚ, ਉਸ ਭਟਕਣ ਦੇ ਵਿੱਚ, ਟੌਰਚਰ ਚੇਂਬਰ ਦੇ ਵਿੱਚ ਮੈਂ ਬੈਠਾ ਹਾਂ। ਇਹ ਜੀਵਨ ਇਸ ਤਰ੍ਹਾਂ ਦਾ ਬਣ ਗਿਆ ਹੈ। ਕਿੱਥੋਂ ਬਣਿਆ ਹੈ? ਹਉਮੈ ਰੋਗ ਤੋਂ ਬਣਿਆ ਹੈ ਹਜੂਰ। ਗੁਰੂ ਕਹਿੰਦਾ, ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਲੱਖ 84 ਜਿਨ ਸਿਰੀ ਸਬਸੇ ਦੇ ਆਧਾਰ। ਨਿਰੰਕਾਰ ਜੀਵਨ ਦਾ ਆਧਾਰ ਹੈ, ਇਹਦੇ ਵਿੱਚ ਹੀ ਰਹਿੰਦਾ ਹੈ। ਐਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਹਾ ਕਿ ਜੀਵਨ ਵਿੱਚ ਰਹਿ ਕੇ ਜੀਵਨ ਨੂੰ ਕਮਾਇਆ ਜਾ ਸਕਦਾ ਹੈ। ਕਿਉਂ? ਕਿਉਂਕਿ ਜੀਵਨ ਦੇ ਵਿੱਚ ਨਿਰੰਕਾਰ ਰਹਿੰਦਾ ਹੈ। ਉਹਦੇ ਡਿਨਾਇਲ ਵਿੱਚ ਕਿਉਂ ਰਹੀਏ? ਪਿਤਾ ਨੇ ਵਿਆਹ ਵਾਸਤੇ ਕਿਹਾ, ਮਹਾਰਾਜ ਨੇ ਮਨਾ ਨਹੀਂ ਕੀਤਾ ਹੈ। ਕਿਉਂ ਡਿਨਾਇਲ ਵਿੱਚ ਰਵਾਂਗਾ? ਜਿੱਥੇ ਨਿਰੰਕਾਰ ਵਸਦਾ ਹੈ ਉਹਦੀ ਐਕਸੈਪਟੈਂਸ ਵਿੱਚ ਮੈਂ ਜੀ ਰਿਹਾ ਹਾਂ। ਐਸੇ ਨੂੰ ਮੈਂ ਹੁਕਮ ਜਾਣਦਾ ਹਾਂ। ਪਰ ਮੈਂ ਭਟਕ ਕਿਸੇ ਹੋਰ ਕਾਰਨ ਕਰਕੇ ਰਿਹਾ ਹਾਂ। ਤ੍ਰਿਸ਼ਨਾ ਅੰਦਰ ਅਗਨ ਹੈ, ਨਹਿ ਤਿਪਤੇ ਭੂਖਾ ਤਿਹਾਇਆ। ਤ੍ਰਿਸ਼ਨਾ ਮੇਰੇ ਮਨ ਦੀ ਅਗਨ ਹੈ, ਅੱਗ ਲੱਗੀ ਹੈ ਮੇਰੇ ਅੰਦਰ ਤ੍ਰਿਸ਼ਨਾ ਦੀ। ਸਹਿਸਾ ਹੈ ਸੰਸਾਰ ਹੈ, ਮਰ ਜੰਮੇ ਆਇਆ ਜਾਏ। ਮਰ ਜੰਮੇ ਆਇਆ ਜਾਇਆ, ਆਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ। ਇਹ ਤ੍ਰਿਸ਼ਨਾ ਮੇਰਾ ਰੋਗ ਹੈ ਮਹਾਰਾਜ, ਕੋਈ ਬਾਹਰਲਾ ਦੂਸਰਾ ਨਹੀਂ ਹੈ ਹਜੂਰ। ਔਰ ਜਿਸ ਦਿਨ ਮੈਂ ਮਨ ਨੂੰ ਜਿੱਤ ਲਿਆ, ਉਸ ਦਿਨ ਅਗਰ ਦੂਸਰਾ ਬੈਰੀ ਮੇਰੀ ਦੁਨੀਆ ਵਿੱਚ ਆਂਦਾ ਵੀ ਹੈ ਤਾਂ ਉਹ ਮੈਨੂੰ ਜਿੱਤ ਨਹੀਂ ਸਕਦਾ ਹੈ। ਉੱਥੇ ਹੁਣ ਜਿੱਤ ਮੇਰੀ ਹੀ ਹੈ। ਦਸਵੇਂ ਪਾਤਸ਼ਾਹ ਨੇ ਜਿਵੇਂ ਸਮਝਾਇਆ, ਜ਼ਫਰਨਾਮੇ ਵਿੱਚ ਸਮਝਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਪਜੀ ਵਿੱਚ ਸਮਝਾ ਦਿੱਤਾ, ਮਨ ਜੀਤੇ ਜਗ ਜੀਤ। ਪਰ ਅਸੀਂ ਨਹੀਂ ਸਮਝ ਪਾ ਰਹੇ ਹਾਂ, ਮੈਂ ਨਹੀਂ ਸਮਝ ਪਾ ਰਿਹਾ ਹਾਂ। ਅੱਜ ਸਿੱਖ ਸਮਾਜ ਵੀ ਨਹੀਂ ਸਮਝ ਪਾਇਆ ਹੈ। ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਲੱਛਣ ਹਨ, ਸਾਨੂੰ ਹੋਰ ਤਰ੍ਹਾਂ ਦੇ ਰਾਜ ਦਿਖਦੇ ਹਨ। ਗੁਰੂ ਨੇ ਕਿਹੜਾ ਰਾਜ ਜਾਣਿਆ ਹੈ ਮਹਾਰਾਜ? ਅਸੀਂ ਹੋਰ ਤਰ੍ਹਾਂ ਦੇ ਰਾਜ ਦੇ ਬਖਸ਼ਿਸ਼ ਵਿੱਚ ਜੀਂਦੇ ਹਾਂ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਹੈ।
ਪਰ ਅਸੀਂ ਦੂਸਰਾ ਰਾਜ ਬਣਾਉਣਾ ਚਾਹੁੰਦੇ ਹਾਂ, ਜਿੱਥੇ ਕੌਨਫਲਿਕਟ ਹੈ, ਦੁਆਇਸ਼ ਹੈ, ਲੜਾਈ ਹੈ, ਈਰਖਾ ਹੈ, ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦਾ ਯਤਨ ਹੈ। ਇਹ ਕਿਹੜੀ ਸਿੱਖੀ ਹੈ? ਕਈ ਵਾਰ ਮੈਨੂੰ ਬਹੁਤ ਮਹਿਸੂਸ ਹੁੰਦਾ ਹੈ। ਪਰ ਇਹ ਰੋਗ ਤਾਂ ਉੱਥੋਂ ਹੀ ਸ਼ੁਰੂ ਹੋ ਰਿਹਾ ਹੈ, ਮੇਰੇ ਤੋਂ ਹੀ ਸ਼ੁਰੂ ਹੋ ਰਿਹਾ ਹੈ। ਮੈਂ ਹੀ ਇਹਦਾ ਕਾਰਨ ਹਾਂ। ਮੈਂ ਦੂਸਰੇ ਨੂੰ ਕੀ ਕਹਿਣਾ ਹੈ? ਮੈਂ ਹੀ ਨਹੀਂ ਕਮਾ ਪਾ ਰਿਹਾ ਹਾਂ। ਇਸ ਕਰਕੇ ਮੈਂ ਜਦੋਂ ਸਭਾ ਵਿੱਚ ਜਾਣ ਵਿੱਚ ਵੀ ਸੰਕੋਚ ਕਰਦਾ ਹਾਂ, ਕਿਸੇ ਨੂੰ ਕੀ ਕਵਾਂਗਾ। ਪਰ ਗੱਲ ਅੱਜ ਗੁਰੂ ਨੇ ਸਮਝਾਈ ਹੈ, ਰਸਨਾ ਨੂੰ ਸਾਹਮਣੇ ਰੱਖ ਕੇ ਸਾਨੂੰ ਦੱਸਿਆ ਹੈ ਕਿ ਮਨ ਅਤ੍ਰਿਪਤ ਹੈ, ਇਨਕੰਪਲੀਟ ਹੈ। ਇਸ ਮਨ ਨੂੰ ਨਾਮ ਪੂਰਾ ਕਰਦਾ ਹੈ, ਹੋਰ ਕੁਛ ਪੂਰਾ ਨਹੀਂ ਕਰੇਗਾ। ਹੋਰ ਕੋਈ ਗੱਲ ਪੂਰੀ ਨਹੀਂ ਕਰੇਗੀ ਮਨ ਨੂੰ। ਔਰ ਗੁਰੂ ਸਾਨੂੰ ਅਗਲੀ ਪੌੜੀਆਂ ਵਿੱਚ ਵੀ ਸਰੀਰ ਨਾਲ ਵਾਸਤਾ ਰੱਖਣਗੇ, ਸੁਣਨ ਨਾਲ, ਦੇਖਣ ਨਾਲ। ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਦ ਤੱਕ ਨਾਮ ਦੇ ਨਾਲ ਮੇਰਾ ਮਨ ਨਹੀਂ ਜੁੜੇਗਾ, ਇਹ ਰੋਗ ਨਹੀਂ ਮਿਟੇਗਾ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਤਾਂ ਤ੍ਰਿਸ਼ਨਾ ਤੋਂ ਇਨਵਾਇਰਮੈਂਟ ਬਦਲ ਜਾਏਗਾ। ਜਿਵੇਂ ਅੱਗ ਲੱਗੀ ਹੈ ਕਿਧਰੇ, ਤਾਂ ਧੂਆਂ ਇਨਵਾਇਰਮੈਂਟ ਹੋ ਗਿਆ ਉਹਦਾ। ਮੇਰੇ ਮਨ ਤ੍ਰਿਸ਼ਨਾ ਵਿੱਚ ਭਟਕ ਰਿਹਾ ਹੈ, ਤਾਂ ਉਹਦਾ ਧੂਆਂ ਤ੍ਰਿਸ਼ਨਾ ਦਾ ਹੀ ਮੇਰੇ ਮਨ ਤੇ ਕਾਬੂ ਕਰਕੇ ਬੈਠਾ ਹੈ। ਹਉਮੈ ਪਕੜ ਕੇ ਜਕੜ ਕੇ ਬੈਠੀ ਹੈ ਮੈਨੂੰ। ਨਾਮ ਨੇੜੇ ਨਹੀਂ ਆ ਸਕਦਾ, ਆਨੰਦ ਮੇਰੇ ਨੇੜੇ ਨਹੀਂ ਆ ਸਕਦਾ ਹੈ ਹਜ਼ੂਰ। ਔਰ ਜੀਵਨ ਨੂੰ ਮੈਂ ਦੇਖ ਵੀ ਨਹੀਂ ਪਾ ਰਿਹਾ ਹਾਂ, ਇਹ ਪਰਦਾ ਲੱਗ ਗਿਆ ਮੇਰੇ ਅੱਗੇ। ਕੂੜ ਦੀ ਪਾਲ ਤਾਂ ਇਹੀ ਹੈ ਮਹਾਰਾਜ। ਇਹ ਹਉਮੈ ਤ੍ਰਿਸ਼ਨਾ ਵੱਡਾ ਰੋਗ ਲੱਗਾ। ਸਾਡੇ ਸਾਰਿਆਂ ਦਾ ਵੱਡਾ ਰੋਗ ਤਾਂ ਇਹ ਹੈ। ਸਰੀਰ ਦੇ ਰੋਗ ਮਿਟਾਉਣ ਲਈ ਅਸੀਂ ਕਿੰਨੇ ਯਤਨ ਕਰਦੇ ਹਾਂ, ਮਨ ਦਾ ਰੋਗ ਮਿਟਾਉਣ ਲਈ ਕੋਈ ਯਤਨ ਨਹੀਂ ਹੈ। ਤਾਂ ਮਨ ਗ੍ਰਸਤ ਹੋ ਰਿਹਾ ਹੈ, ਪਕੜ ਵਿੱਚ ਆ ਗਿਆ ਹੈ ਰੋਗਾਂ ਦੇ। ਇਹਨੂੰ ਕੀ ਰਾਹ ਮਿਲੇਗਾ ਹਜ਼ੂਰ? ਭਗੋ ਨਾਨਕ ਅਰਦਾਸ, ਪੇਸ਼ ਦਰਵੇਸ਼ ਬੰਦਾ। ਅਰਦਾਸ ਕਰੀਏ ਉਹਦੇ ਅੱਗੇ, ਉਹ ਸਭ ਕੁਝ ਜਾਣਦਾ ਹੈ। ਮੇਰਾ ਮਨ ਰੋਗੀ ਹੈ, ਮੈਨੂੰ ਵੀ ਜਾਣਨਾ ਹੈ। ਔਰ ਉਸ ਰੋਗ ਤੋਂ ਇੱਕ ਪੁਕਾਰ ਨਿਰੰਕਾਰ ਦੇ ਅੱਗੇ, ਨਾਨਕ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਰਪਾ ਮਿਲ ਜਾਏ ਮਹਾਰਾਜ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਦੀ ਵਰਖਾ ਕੁਛ ਹੋ ਜਾਏ ਹਜ਼ੂਰ। ਕੁਛ ਕਿਵਾੜ ਖੁੱਲ ਜਾਣ ਮਨ ਦੇ। ਦਰਸ਼ਨ ਦੀਜੇ ਖੋਲ ਕਿਵਾੜ, ਦਰਮਾਂਦੇ ਠਾਂਡੇ ਦਰਬਾਰ। ਪਰ ਇਹ ਤਾਂ ਹੀ ਹੋਏਗਾ ਜੇ ਮੈਂ ਪੁਕਾਰਾਂਗਾ, ਜੇ ਮੈਂ ਮਹਿਸੂਸ ਕਰਾਂਗਾ ਕਿ ਮੇਰੇ ਅਧੂਰੇਪਨ ਤੋਂ ਮੇਰੇ ਰੋਗ ਹਨ, ਹਉਮੈ ਤੋਂ ਮੇਰੇ ਰੋਗ ਹਨ। ਔਰ ਹਉਮੈ ਨੂੰ ਮਿਟਾ ਕਰ ਹੀ ਮੈਂ ਨਿਰੰਕਾਰ ਦੇ ਦਰਸ਼ਨ ਵਿੱਚ ਜੀ ਸਕਦਾ ਹਾਂ ਮਹਾਰਾਜ। ਇਹ ਜੀਵਨ ਜੋ ਦਿਖਦਾ ਹੈ ਉਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਮੇਰੀ ਹਉਮੈ ਦੇ ਪਰਦੇ ਪਏ ਹਨ ਮੇਰੇ ਅੱਗੇ। ਮੈਨੂੰ ਦੇਖਣ ਵੀ ਨਹੀਂ ਦਿੰਦੇ ਕਿ ਸੱਚ ਕੀ ਹੈ ਜੀਵਨ ਦਾ। ਇਹੀ ਮਾਇਆ ਮੈਨੂੰ ਗ੍ਰਸਤ ਕੀਤੀ ਹੋਈ ਹੈ। ਬੜੀ ਸਿਖਰ ਦੀ ਬਾਣੀ ਹੈ। ਗੁਰੂ ਅੱਗੇ ਚੱਲ ਕੇ ਸਮਝਾਣਗੇ ਵੀ ਕਿ ਇਹ ਹਰ ਦਾ ਰੂਪ ਹੈ। ਇਹ ਪੂਰੀ ਸ੍ਰਿਸ਼ਟੀ ਹਰੀ ਦਾ ਰੂਪ ਹੈ, ਇਹਦੇ ਵਿੱਚ ਹਰੀ ਵਸਦਾ ਹੈ। ਪਰ ਮੈਨੂੰ ਨਹੀਂ ਦਿਖਦਾ ਹੈ। ਇਹ ਮੇਰੇ ਹਉਮੈ ਕਰਕੇ ਨਹੀਂ ਦਿਖਦਾ ਹੈ ਹਜ਼ੂਰ। ਹਉਮੈ ਤ੍ਰਿਸ਼ਨਾ ਵੱਡਾ ਰੋਗ ਲੱਗਾ। ਔਰ ਇਸ ਦੀ ਭਟਕਣ ਵਿੱਚ, ਇਸੇ ਦੀ ਭੁੱਖ ਵਿੱਚ ਮੇਰਾ ਸਾਰਾ ਜੀਵਨ ਅਗਨ ਵਿੱਚ ਭਟਕ ਰਿਹਾ ਹੈ, ਇੱਕ ਭੱਠੀ ਦੇ ਵਿੱਚ।
पर भुखा किवें गवावांगे हजूर। सच गुरमुख जिन्नी सलाहिया, तिन्ना भुखा सब गवाईया। जिन्हां ने गुरमुख जीवन पा लिया, अंतर अज्ञान अंधेरा है, सुध न काई पाए। मन हठ सहज न बीजियो, भुखा की आगे खाए। मन दे हठ विच, हौमे दे विच मैं सहज नहीं बीज रहा हाँ। बीज किहड़े पाना हाँ महाराज? तृष्णा दे बीज पा रहा हाँ महाराज। तो वो भट्ठी होर तेज होंदी जाती है। उपरों मैं बाणी पढ़दा हाँ और मन विच मैं बीज तृष्णा दे बीजदा रहिंदा हाँ, मंगदा रहिंदा हाँ तृष्णा ही, मैनू होर मिले होर मिले। मैनू यह लगता है कि बाणी तो मैं मंगदा रवां। जो चीज़ मंगनी है वो नहीं मंगदा हाँ, पदार्थ मंगदा रहिंदा हाँ। मैनू लगता है मेरी भुख मिट जाएगी, बस यह चीज़ मिल जाए उस तो बाद। पर गुरु कहता है मंगना है तो नाम मंग। मांगो दान ठाकुर नाम, अवर कछु मेरे संग न चाले। कृपा मिल जाए तो ज्ञान हो जाए महाराज। साच नाम आधार मेरा, जिन भुखा सब गवाईया। जद मैं नाम दे विच रह के मन की सारी भुखा मिटा लवांगा, फिर पदार्थवाद मेरे जीवन को डिक्टेट नहीं करेगा। फिर मेरी नीड बेस्ड जीवन हो जाएगा। जो मैनू लोड़ है मैं मंगांगा, उहदे वल मैं कार्ज करांगा। जीवन का पूरा फ्लेवर बदल जाएगा। भटकन हट जाएगी जीवन चों। जो शरीर नू लोड़ है वो मंगांगा, उस मार्ग वल जावांगा। मंगण का कोई अंत नहीं है हजूर, लोड़ा का अंत है। जो असल कमाई है जीवन की वो नाम दे विच है। जीवन दे वो किवाड़ खोलण विच है जिहड़े मेरे अंदर ही वसदे हन। एक मिर्ग तृष्णा विच मैं भटक रहा हाँ। उतर जाए तेरे मन की प्यास, पूर्ण होवे सगली आस। डोले नाही तुमरा चीत, अमृत नाम जप गुरमुख मीत। अमृत नाम जप गुरमुख मीत। यह सारी विचार ऐसे करके है महाराज कि असी, मैं भी आप भी अमृत नाम वल टुरिए। जीवन दे भटकन तो दूर एक नवे जीवन नू बनाइए, जिथे मैं बीज सहज दे पावां। मेरी कॉलिंग सहज वल होए, पदार्थ वल नहीं। मेरी कॉलिंग गुरु वल होए, आनंद वल होए, शब्द वल होए। मेरा देखना भी बदल जाए, मेरा सुनना भी बदल जाए, मेरी रसना भी आनंद दी उस भुख तो मिटे। इस रसना दी भुख उस अमृत तो मिटे जिहड़ा गुरु बख्शिश करता है महाराज। बस गुरु सेती सम्मुख होवे। गुरु अमरदास गोविलवाल साहब तो परतक कर रहे हैं तत् ज्ञान जीवन का महाराज। गुरु एक्सपीरियंस विच जींदा है। असी पढ़ के ज्ञान प्राप्त करना चाहते हाँ। गुरु जानदा है। असी शब्दां राही अपने आप नूं और दूसरिਆਂ ਨੂੰ कन्विंस करते हाँ कि मैं जानदा हाँ। असल विच नहीं जानदा हाँ। असल विच जिहड़ा जानदा है वो आनंद दे दर्शन करता है नित। उहदा जीवन फर्क हो जाता है महाराज। जिवें गुरु ने समझाया है, सुर नर मुंजन अमृत खोज दे, सो अमृत गुर ते पाया।
पाया अमृत गुर किरपा कीनी, सच्चा मन वसाया। मन विच सच्चा है, मैं झूठ चूज करदा हाँ रोज़। अंतर वसे ना बाहर जाए, अमृत छोड़ काहे बिख खाए। मैं अंतर नहीं जाना चाहता, बाहर ही रहना चाहता, इंद्रियां की गृहस्थ विच रहना चाहता हाँ। इन्हां तो अपनी कंप्लीटनेस लभदा हाँ। गुरु कहता अमृत नूं छड्ड के क्यों बिख खा रहा है, क्यों हौमे दी पट्ठी विच अपने मन नूं तपा रहा है। आनंद और अमृत नाल है, दूर नहीं है किधरे। हौमे तृष्णा मार के सच रखिया और तार, जग में लाहा एक नाम पाइए गुर विचार। पर मैं होर राह विच जींदा हाँ महाराज, लिव छुटकी लगी तृष्णा, माया अमर वरताया। मैं उस निरंकार तो टुटना चाहता हाँ, हौमे विच जीना चाहता हाँ। यह मेरी चॉइस है, इस तो कोई सल्यूशन नहीं है। मेरी चॉइस अगर नाम होएगी, लिव वल मैं जावांगा, तो फिर तृष्णा टुट जाएगी। पर मैं जींदा तृष्णा विच, लिव छुटकी लगी तृष्णा, माया अमर वरताया। तो फिर माया का हुक्म मेरे ते काबू हो जाता। मेरा मन हुण माया ते ग्रस्त विच है। क्लाउड्स ऑफ हौमे एंड ईगो डिक्टेट माई लाइफ। मैं उस मन नूं जान ही नहीं पा रहा जिथे सदा आनंद रहे दिन राती, काल ना कबहू व्यापे। एक कस्तूरी की तरह मैं भटक रहा हाँ, लभ तो उसे नूं रहा हाँ कि मैनू अमृत मिल जाए। पर जिथे लभ रहा हाँ वो गलत है, उत्थे वो वसदा नहीं है अमृत। गुरु कहता वो मन विच वसदा है। मृग तृष्णा ज्यों झूठो, ऐ जग देख तास उठ पतावे। यह झूठ है मृग तृष्णा, सच मन विच वसदा है। मृग तृष्णा ज्यों जग रचना, ए देखे हृदय विचार। यह पूरी रचना ही मृग तृष्णा है। उस भटकन है उस चीज़ की जिहड़ी उत्थे है नहीं। मेरे घर विच वसदी है, मैं बाहर लभदा हाँ और नित लभदा हाँ हजूर। मेरी सारी दौड़ ही इसती है। इत्थे कोई कॉन्फ्लिक्ट नहीं है कि बच्चे पालने हैं, परिवार जीना है, ਇਹਦੇ ਨਾਲ कोई कॉन्फ्लिक्ट नहीं है। ਇਹਨੂੰ ਛੱਡਣ ਦੀ कोई लोड़ नहीं है। ਇਹਨਾਂ ਬੱਚਿਆਂ ਵਿੱਚ, ऐसे जीवन ਵਿੱਚ निरंकार वसदा है, मैं क्यों छड्डांगा। जीण ਦਾ तरीका गलत है मेरा। मैं नाम ਨੂੰ ਛੱਡ ਕੇ ਹਉਮੈ ਵਿੱਚ अपनी एनर्जी लगाई है। अपनी चॉइसिस मेरिया हौमे दियां हन, छूटे तिल बुआड़ ज्यों। यह पूरी सृष्टि है कि ध्यान नाल देखिए, जीवन की है। इत्थे जींदे जी, इस परिवार विच गृहस्थ विच जींदे जी, गुरु ने तो गृहस्थ नूं धर्म किया है, क्योंकि गृहस्थ दे विच रहिंदे होए उहदे पार जाना धर्म है। निरंकार नूं जान लवांगे उत्थों, क्योंकि उहदे विच वसदा है वो। बख्शिशता निरंकार ने सानू अमृत दी कीती है, जिथे सदा आनंद है, मौत नहीं है और सारियां भुखां मिट जांदियां हन, प्यास मिट जाती है। पर मैं उसनू चूज नहीं करता हाँ। जिहड़ी फ्री विल मैनू गुरु ने दिती है, उत्थों मैं चूज ही गलत करता हाँ। अंतर वसे ना,
मैं कदों अंदर वस रहा हाँ महाराज। इस पूरे 24 घंटे विच कितनी देर अंतर जाण दा यतन करदा हाँ, और उहदे वास्ते जरूरी भी नहीं बैठना। शुरू विच शायद लोड़ पए कि मैं समा दियां बैठा, पर गुरु अर्जन ने बहुत उच्ची गल कीती है। गुरु महाराज कहते हैं ना तो इहदे लई कोई समा है, फिर 8 पहर, ना तो इहदे लई कोई पोस्चर दी लोड़ है। सोवत सोवत जागत, उठत बैठत। जदों एक बार लिव जुड़ जाए फिर जुड़ गई है, फिर कोई पहर की लोड़ नहीं है। हाँ, अमृत वेला गुरु ने दसिया है, पर शुरू में शायद सानू यतन करना होए, अपने आप को कन्विंस करना है। महाराज गुरु नू थोड़ी कन्विंस करना है। मैं ही भटक रहा हाँ, उहदे लई मैनू अपने आप को दूर जड़ा मेरा मन चला गया है, थोड़े समय नहीं संभालना है। कोई जगह, स्थान, समा, शब्द के अभ्यास विच गावीए, सुनिए, मन रखिए पाओ। इन्नी ही तो गल कीती है गुरु ने। योगी कितने ही योगा दे आसन करते हैं, फिर भी नहीं मिलता है। गुरु कहता गाता लै, अपने मन नू जोड़ता लै आनंद नाल। इस बाणी विच आनंद वसदा है, इहदे नाल तां जोड़। इतनी ही तो गल कीती है। पर जदों मैं वो भी नहीं करता तो फिर मैं की कहांगा, मैं की लभ रहा हाँ। 60, 70, 80, 90, 100 साल का जीवन होए, मैं 4 बार प्रेम नाल अपने गुरु नू ना आराधा तो मैं की लभदा रहा। आजीवन में कीता की है? मैं हौमे दे पट्ठे पांदा रहा महाराज, अपने हौमे दी फीडिंग करता रहा, हौमे नू दृढ़ करता रहा, और अपनी ही मन नू पट्ठी विच गरम अग विच पाण लई उहदे लई समान तैयार करता रहा। आजीवन मैं अपनी ही अग विच आप ही पकदा रहा, उहदे विच एनर्जी पांदा रहा, और फिर दोष दूजियां नू दिंदा रहा। हौमे वड्डा रोग लगा, सब कुछ ही बिखर गया महाराज। पर गुरु कहता है समा जितना है उन्होंने नाम विच लगा दे, क्योंकि तृष्णा विच रोग है। तृष्णा अहनस अगली, हौमे रोग विकार। पर जीवन का सार हौमे नहीं है, गुरमत है। गुरमुख होना है महाराज। अपने मन नू नाम नाल जोड़ना है हजूर। बस बैठ जाना है, आराधना है, मन नू भिजा देना है शब्द नाल। एक बार शब्द जुड़ गया तो मन जुड़ गया, फिर एक कमाई करता रहेगा। कड़िए शब्द सच्ची टकसाल। फिर एक मिनट खुल गई है मन विच, दुख सुख आंदा रहेगा, जांदा रहेगा, पर एक जर्नी शुरू हो गई है जिथे मैं तृप्त हो जावांगा, पूर्ण हो जावांगा, निरंकार नू जान लवांगा, मौत तो परे दा एक नवा जीवन पा लवांगा हजूर। हर रस पाए पल्ले, पिए हर रस, बहुड़ ना तृष्णा लागे आए। फिर हरि दे रस विच आनंद है हजूर। बस जुड़ गया हाँ, फिर हुण जीवन बदल गया है। जीवन ने जो कुछ दिता है सब कुछ ले लेगा एक दिन, पर आनंद नहीं ले पाएगा। मैंने अगर मन विच आनंद मिल गया है तो वह मेरे एनवायरमेंट नूं हुण पूरी तरह मेरे मन नूं गवर्न करता है। दुख सुख फिर भी आएगा जाएगा, जीवन फिर भी एफर्ट है। हौमे दा जीवन फिर भी नाल रहेगा, जीवन दी लोड़ां वास्ते, नीड्स वास्ते।
ਮਹਾਰਾਜ ਕਹਿੰਦੇ ਨੇ ਇਹ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ। ਕਰਮਾਂ ਨਾਲ, ਉਹਦੀ ਨਜ਼ਰ ਨਾਲ ਜਦੋਂ ਗੁਰੂ ਮਿਲ ਗਿਆ ਤਾਂ ਇਹ ਰਸ ਮਿਲਦਾ ਹੈ ਮਹਾਰਾਜ। ਪਰ ਇਹਦੀ ਪੁਕਾਰ ਮੇਰੇ ਅੰਦਰੋਂ ਹੋਣੀ ਚਾਹੀਦੀ ਹੈ, ਕਾਲਿੰਗ ਮੇਰੀ ਅੰਦਰੋਂ ਹੋਣੀ ਚਾਹੀਦੀ ਹੈ। ਮੈਂ ਹਰੀ ਦਾ ਰਸ ਲੱਭਦਾ ਹਾਂ। ਮੇਰੀ ਚੋਇਸਿਸ ਹੋਣੀਆਂ ਚਾਹੀਦੀਆਂ ਹਨ, ਨਹੀਂ ਤੇ ਮੈਂ ਧੋਖਾ ਕਰ ਰਿਹਾ ਹਾਂ। ਗੁਰੂ ਨੇ ਕਿਹਾ ਜੀਵਨ ਧੋਖੇ ਨਾਲ ਨਾ ਜੋੜ ਦੇਈਂ। ਆਪਣੇ ਅੰਤਰ ਨੂੰ ਜਾਣ ਲੈ ਤਾਂ ਧੋਖਾ ਮਿਟ ਜਾਏਗਾ, ਗੁਰੂ ਕਹਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ ਇਸ ਜੀਵਨ ਦੇ ਸੱਤ ਨੂੰ ਜਾਣ ਲੈ। ਜਿਵੇਂ ਅੰਦਰ ਜਾਏਗਾ, ਆਪਣੇ ਮਨ ਨੂੰ ਜਾਣੇਗਾ ਤਾਂ ਧੋਖਾ ਮਿਟ ਜਾਏਗਾ ਜੀਵਨ ਦਾ। ਫਿਰ ਉਹ ਜੀਵਨ ਬਾਹਰਲਾ ਉਸੇ ਤਰ੍ਹਾਂ ਰਹੇਗਾ, ਡਰ ਨਹੀਂ ਗਵਰਨ ਕਰੇਗਾ। ਫਿਰ ਨਿਰਭਉ ਨਿਰਵੈਰ ਔਰ ਆਨੰਦ ਜੀਵਨ ਦਾ ਫਲੇਵਰ ਬਣ ਜਾਏਗਾ। करना की है महाराज में, पुकारना है हजूर। गाविए सुनिए मन रखिए पाओ, दुख पर हर सुख कर ले जाए। सुख का घर है मेरे नाल, उस दुख दे घर नूं मैं बनाया है होमे नाल। ए निरंकार ने बख्शिश कीती है तुरों ही बिना कुछ कीते। इस घर नूं मैं जानदा नहीं हाँ जेड़े मेरे अंतर वसदा है। सुनिए मनीए मन कीता पाओ, अंतरगत तीरथ मल्लाओ। एक अंतर विच तीरथ है, उत्थे कदों जावांगा महाराज? उस तीरथ वल किवें जाएगा मेरा जीवन? तां उत्थे गुरु वसदा है। फिर जदों मैं उस नूं लभण जावांगा, गुरु सम्मुख हो जावांगा, मैं परतख हो जाएगा गुरु। क्योंकि गुरु भी यह कह रहा है, गुरमुख खोजत पाए उदासी। मैं गुरमुख नूं लभदा हाँ, जेड़ा भाल रखदा है सत दा, मैं उस नूं लभ रहा। गुरु नानक साहब कहते हैं। और एक समय लिए नहीं है कि केवल जदों गुरु दा शरीर है, सदा लई गुरु दा बचन सदा लई है। तो गुरु नानक साहब नूं मिलना है, उहदा तरीका यही है। मैं कहना हाँ मैं गुरु दा सिख हाँ, पर मेरी चॉइसिस अंतर मन विच होमे दियां हन और तृष्णा वल हन, अगन वल हन, अमृत वल, सहज वल, नाम वल नहीं हन महाराज। उहदे लई मैनू होमे छड्डनी होएगी। कहे नानक होर अनरस सब विसरे, जा हर वसे मन आए। तो रस तो बिना जीवन नहीं है महाराज। मैं जेड़े रस चूज करदा हाँ, जिन्हां चीज़ां विच मैनू आनंद आंदा है, वो किहड़ियां हन, उत्थों मेरा जीवन डिफाइन होंदा है। अगर वो पदार्थ है तो फिर काल वाला जीवन मैं चूज कर रहा हाँ। पदार्थ समय विच मुक जाएगा, इवें मेरा जीवन भी मुक जाएगा हजूर। पर अगर मैं अंतर मन दे आनंद नूं लभ लैंदा हाँ, गुरु वल जल के गुरु दे शब्द की कमाई जान लैंदा हाँ, तो फिर मैं नानक भगतां सदा विकास। सुनिए दुख पाप का नाश, तो अपने दुखों का अपने पापा का नाश कर लवांगा महाराज। एक पुकार गुरु नूं करनी बनती है। मिल मेरे प्रीतमा जीओ, एक मिलन हो जाए। इस भटकण तो हुण गुरु और सिख दा मिलन जीवन दा फ्लेवर बन जाए, एनर्जी बन जाए। शरण आए गुरु दी, गुरु नूं पुकार बनती है महाराज। मोहे कब गल लाएंगे? ए अपने अंतरों असी पुकारीए।
ਆਪਣੇ ਮਨ ਤੋਂ ਮੈਂ ਸੱਚ ਨੂੰ ਲੱਭਣ ਲਈ ਗੁਰੂ ਨੂੰ ਪੁਕਾਰਾਂ, ਬੁਲਾਵਾਂ। ਗੁਰੂ ਤਾਂ ਸਦਾ ਹਾਜ਼ਰ ਹੈ, ਮੇਰਾ ਮਨ ਹੀ ਕਠੋਰ ਹੈ ਮਹਾਰਾਜ। ਇਸ ਕਠੋਰ ਮਨ ਵਿੱਚ ਗੁਰੂ ਦੇ ਦਰਸ਼ਨ ਨਹੀਂ ਹੋ ਰਹੇ ਹਨ, ਪਰ ਪ੍ਰੇਮ ਪਿਘਲਾ ਦੇਗਾ ਇਸ ਕਠੋਰ ਮਨ ਨੂੰ। ਪ੍ਰੇਮ ਪ੍ਰਤੱਖ ਕਰ ਦੇਗਾ ਹਜ਼ੂਰ। ਇਹਨਾਂ ਭੁੱਖਾਂ ਵਿੱਚ ਭਟਕਦੇ ਹੋਏ ਜਦੋਂ ਮੈਂ ਫਰਸਟ੍ਰੇਟ ਹੋ ਜਾਂਦਾ ਵਾਂ ਤਾਂ ਮੇਰੇ ਕਰਮ ਵੀ ਗਿਰ ਜਾਂਦੇ ਹਨ ਮਹਾਰਾਜ। ਫਿਰ ਮੈਂ ਦੂਸਰਿਆਂ ਨੂੰ ਦੋਸ਼ ਦਿੰਦਾ ਹਾਂ ਜੀਵਨ ਬਾਰੇ। ਮੇਰੇ ਮਨ ਦੀ ਅਵਸਥਾ ਵਿੱਚ ਮੈਂ ਹੀ ਦੋਸ਼ੀ ਹਾਂ। ਸੱਜਣ ਠੱਗ ਨੂੰ ਗੁਰੂ ਨੇ ਪਾਰ ਉਤਾਰ ਦਿੱਤਾ, ਉਹਦੇ ਮਨ ਨੂੰ ਬਦਲ ਦਿੱਤਾ, ਕਿਉਂਕਿ ਗੁਰੂ ਦਾ ਮਨ ਆਪ ਜਾਗਰਤ ਹੈ। ਤਾਂ ਮੈਨੂੰ ਵੀ ਤਾਰ ਦੇਗਾ ਮੇਰਾ ਗੁਰੂ। ਮੈਂ ਗੁਰੂ ਵੱਲ ਜਾਣਾ ਹੈ, ਪੈਰ ਰੱਖਣਾ ਹੈ, ਅਰਦਾਸ ਕਰਨੀ ਹੈ, ਪੁਕਾਰਨਾ ਹੈ, ਗੁਰੂ ਵਿੱਚ, ਗੁਰੂ ਦੀ ਬਾਣੀ ਵਿੱਚ ਰਸ ਲੈਣਾ ਹੈ, ਕਿਉਂਕਿ ਰਸ ਤੋਂ ਜੀਵਨ ਬਣਦਾ ਹੈ। ਅਗਰ ਮੈਨੂੰ ਬਾਣੀ ਦਾ ਰਸ ਆ ਗਿਆ ਮਹਾਰਾਜ ਤਾਂ ਗੱਲ ਬਣ ਗਈ। ਫਿਰ ਤਾਂ ਸਹਿਜੇ ਸਹਿਜੇ ਅਨਰਸ ਛੁੱਟਦਾ ਜਾਏਗਾ ਮਹਾਰਾਜ। ਨਿਰੰਕਾਰ ਤਾਂ ਸਦਾ ਹਾਜ਼ਰ ਹੈ, ਔਰ ਉਹੀ ਹੈ। ਇਹ ਪਦਾਰਥ ਤਾਂ ਸੁਪਨਾ ਹੈ। ਮਹਾਰਾਜ ਕਹਿੰਦੇ ਸੁਪਨੇ ਜੋ ਸੰਸਾਰ। ਇਹ ਤਾਂ ਸੁਪਨਾ ਮੁੱਕ ਗਿਆ, 1 ਮਿੰਟ, 1 ਖਿਣ ਵਿੱਚ ਸਭ ਬਦਲ ਜਾਏਗਾ। ਸੱਤ ਨੂੰ ਜਾਣ ਲੈਣ ਨਾਲ ਕੁਝ ਵੀ ਨਹੀਂ ਬਦਲੇਗਾ। ਮੇਰਾ ਜੀਵਨ ਦਾ ਆਧਾਰ ਨਾਮ ਹੋ ਗਿਆ, ਫਾਊਂਡੇਸ਼ਨ ਪਰਮਾਨੈਂਟ ਹੋ ਗਈ ਮਹਾਰਾਜ। ਨਾਨਕ ਭਗਤਾ ਸਦਾ ਵਿਗਾਸ। ਸਦਾ ਦਾ ਵਿਗਾਸ ਤਾਂ ਜੀਵਨ ਹੈ ਸਾਡੇ ਲਈ, ਸਾਡਾ ਗੁਰੂ ਬਖਸ਼ ਰਿਹਾ ਹੈ। ਅਸੀਂ ਚੂਜ਼ ਨਹੀਂ ਕਰਦੇ ਹਾਂ। ਹਉਮੈ ਨੇ ਮੇਰੇ ਪੈਰ ਬੰਨੇ ਹੋਏ ਹਨ, ਪੰਕਜ ਮੋਹ ਪਗ ਨਹੀਂ ਚਾਲੇ। ਇਹ ਮੋਹ ਨੇ ਮੇਰੇ ਬੰਧਨ ਬੰਨ ਦਿੱਤੇ ਹਨ। ਹਮ ਦੇਖੇ ਤੇ ਡੂਬੀਏ ਲੈ, ਮਨ ਏਕ ਨਾ ਚੇਤਸ ਮੂੜ ਮਨਾ। ਮੈਂ ਇੱਕ ਨੂੰ ਨਹੀਂ ਚਿੱਤਦਾ, ਨਿਰੰਕਾਰ ਦੇ ਧਿਆਨ ਵਿੱਚ ਨਹੀਂ ਬੈਠਦਾ ਮਹਾਰਾਜ। ਇਹ ਮੇਰਾ ਦੋਸ਼ ਹੈ। ਪਰ ਗੁਰੂ ਕਹਿੰਦਾ ਹੈ ਪੁਕਾਰ। ਜਿੱਥੇ ਵੀ ਖੜਾ ਹੈ ਨਿਰੰਕਾਰ ਗਿਆਨ ਰੱਖਦਾ ਹੈ ਤੇਰਾ। ਬਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਉਹਨੂੰ ਪੁਕਾਰੀਏ। ਜਿਤਨੇ ਪ੍ਰੇਮ ਨਾਲ ਪੁਕਾਰਾਂਗੇ ਉਤਨਾ ਗੁਰੂ ਪ੍ਰਤੱਖ ਹੋ ਜਾਏਗਾ ਮਹਾਰਾਜ। ਉਤਨੇ ਆਜ਼ਾਦ ਹੋ ਜਾਵਾਂਗੇ, ਉਤਨੇ ਬੰਧਨ ਤੋਂ ਮੁਕਤ ਹੋ ਜਾਵਾਂਗੇ। ਮੈਂ ਜੀਵਨ ਦੇ ਅਧੂਰੇਪਨ ਵਿੱਚ ਬਹੁਤ ਦੂਰ ਨਿਕਲ ਆਇਆ ਹਾਂ, ਤਾਂ ਵਾਪਸ ਸਨੇ ਜਾਵਾਂਗਾ। ਪਰ ਅਗਰ ਨਾਮ ਨੂੰ ਪੁਕਾਰਦਾ ਰਵਾਂਗਾ ਵਿੱਚ ਤਾਂ ਰਸਤਾ ਸੌਖਾ ਹੋ ਜਾਏਗਾ। ਪੈਰਾਂ ਵਿੱਚ ਕੰਡੇ ਹਨ, ਪਰ ਮਨ ਦੀ ਮਸਤੀ ਆਨੰਦ ਤੋਂ ਨਹੀਂ ਤੋੜੇਗੀ। ਫਿਰ ਵੀ ਦੁੱਖ ਸੁੱਖ ਅੱਗੇ ਆਏਗਾ, ਪਰ ਨਿਗਾਹ ਆਨੰਦ ਔਰ ਗੁਰੂ ਵੱਲ ਰਹੇਗੀ ਤਾਂ ਜੀਵਨ ਕੁਝ ਹੋਰ ਹੋ ਜਾਏਗਾ ਮਹਾਰਾਜ। ਭਜਾ ਲਵਾਂਗਾ ਇਸ ਮੂਰਖ ਮਨ ਨੂੰ, ਨਾਮ ਔਰ ਸਹਿਜ ਵੱਲ ਜੋੜ ਦਿਆਂਗਾ ਪਾਤਸ਼ਾਹ ਜੀ। ਇਹੀ ਗੁਰੂ ਨੇ ਕਿਹਾ ਹੈ, ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਬੱਤੀਵੀਂ ਪੌੜੀ ਦੇ ਦਰਸ਼ਨ ਗੁਰੂ ਅਮਰਦਾਸ ਮਹਾਰਾਜ ਦੇ ਮੁਖ ਵਾਕ ਤੋਂ ਅਸੀਂ ਅੱਜ ਵਿਚਾਰੀ ਹੈ। ਮੇਰੀ ਭੁੱਲਾਂ ਆਪ ਖਿਮਾ ਕਰ ਦੇਣਾ। ਸਮੇਂ ਦੀ ਜਿਹੜਾ ਮੈਂ ਬਦਲਾਵ ਕਰਦਾ ਹਾਂ ਇਹਦੇ ਲਈ ਵੀ ਖਿਮਾ ਚਾਹੁੰਦਾ ਹਾਂ ਮਹਾਰਾਜ। ਅਰਦਾਸ ਗੁਰੂ ਅੱਗੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਨਦਰ ਹੋ ਜਾਏ ਮਹਾਰਾਜ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ। ਕੀ ਪੇਸ਼ ਕਰਾਂ ਮਹਾਰਾਜ ਕਿ ਮੈਨੂੰ ਦਰਬਾਰ ਦਿਸ ਜਾਏ।
सगल भवन के नायका एक खिन दर्श दिखाए जी। किरपा करो हजूर, मेरे मन विच मिलन हो जाए महाराज। आप दा बहुत धन्नवाद। आप दे दर्शनां विच मैनूं गुरु लभदा है महाराज। धन धन गुरु ग्रंथ साहब जी महाराज। वाहिगुरू जी का खालसा, वाहिगुरू जी की फतेह।